ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਵੀ ਜਦੋਂ ਕੋਈ ਵਿਅਕਤੀ ਨੂੰ ਅਸੀਂ ਆਪਣੇ ਦਰਸ਼ਕਾਂ ਦੀ ਕਚਹਿਰੀ 'ਚ ਲਿਆਈਏ ਤੇ ਅਸੀਂ ਉਹਨਾਂ ਬਾਰੇ ਪਹਿਲਾਂ ਵਿਸਥਾਰ ਦੇ ਨਾਲ ਦੱਸ ਦਈਏ ਤਾਂ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਸਾਡੇ ਦਰਸ਼ਕ ਆ ਉਹ ਇਹ ਦੇਖ ਸਕਣ, ਇਹ ਸੁਣ ਸਕਣ ਕਿ ਜਿਸ ਸੈਲੀਬ੍ਰਿਟੀ ਨਾਲ ਅਸੀਂ ਗੱਲ ਕਰਦੇ ਹਾਂ ਉਹ ਕਿਸ ਮੁਕਾਮ ਤੇ ਆ ਔਰ ਕੀ ਕਰਦੇ ਆ। ਤੇ ਨਾਲ ਦੀ ਨਾਲ ਸਾਡਾ ਇਹ ਵੀ ਉਪਰਾਲਾ ਰਹਿੰਦਾ ਆ ਕਿ ਅਸੀਂ ਉਸੇ ਸੈਲੀਬ੍ਰਿਟੀ ਨੂੰ ਉੱਥੇ ਲੈ ਕੇ ਆਉਂਦੇ ਆ ਜਿਹੜਾ ਕੋਈ ਸਮਾਜ ਲਈ ਕੁਝ ਕਰ ਰਿਹਾ। ਇਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਐਡਵੋਕੇਟ SL ਬਿਰਦੀ ਜੀ ਦੇ ਕੋਲ। ਉਹਨਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਦੀ ਵਿਦਿਅਕ ਪੜ੍ਹਾਈ ਬਾਰੇ, ਪਰਿਵਾਰ ਦੇ ਨਾਲ ਜਿਹੜਾ ਮੌਜੂਦਾ ਉਹਨਾਂ ਦਾ ਮੁਕਾਮ ਉਹਦੇ ਬਾਰੇ ਵੀ, ਤੇ ਫਿਰ ਜਿਹੜੇ ਇਸ ਵੇਲੇ ਅਹਿਮ ਮੁੱਦੇ ਆ, ਵੱਖ-ਵੱਖ ਮੁੱਦੇ ਆ, ਉਹਨਾਂ ਨਾਲ ਵੀ ਗੱਲ ਕਰਾਂਗੇ। ਇੱਥੇ ਇਹ ਦੱਸ ਦਈਏ ਇਹਨਾਂ ਵੱਖ-ਵੱਖ ਮੁੱਦਿਆਂ ਤੇ ਗੱਲ ਕਰਨ ਦਾ ਸਾਡਾ ਮਕਸਦ ਇਹ ਹੋਵੇਗਾ ਕਿਉਂਕਿ ਬਹੁਤ ਹੀ ਇੱਕ ਪੁਰਾਣੇ ਸੀਨੀਅਰ ਲਿਖਾਰੀ ਨੇ ਤੇ ਆਪਣੀ ਗੱਲ ਨੂੰ, ਲੋਕਾਂ ਦੀ ਗੱਲ ਨੂੰ, ਆਵਾਮ ਦੀ ਗੱਲ ਨੂੰ ਸ਼ਬਦਾਂ ਦੇ ਰੂਪ 'ਚ ਇਸ ਤਰ੍ਹਾਂ ਦੇ ਸਕਦੇ ਆ ਤਾਂ ਕਿ ਜਿਹੜਾ ਸਰੋਤਾ ਜਾਂ ਦਰਸ਼ਕ ਆ, ਜਿਹੜਾ ਪਾਤਰ ਇਹਨਾਂ ਨੇ ਚਿਤਰਿਆ ਆ ਉਸ ਪਾਤਰ ਦੀ ਗੱਲ ਸ਼ਬਦਾਂ ਦੇ ਰੂਪ ਦੇਣ ਦੀ ਪੂਰੀ ਸਮਰੱਥਾ ਰੱਖਦੇ ਹਨ। SL ਬਿਰਦੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਜੀ। ਧੰਨਵਾਦ। ਬਿਰਦੀ ਸਾਹਿਬ, ਪਹਿਲਾਂ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਤੁਸੀਂ ਆਪਣੇ ਜਿਹੜਾ ਬਰਥ ਬਾਰੇ, ਐਜੂਕੇਸ਼ਨ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ। ਅਜਨੋਹਾ ਜੀ, ਮੇਰਾ ਜਿਹੜਾ ਜਨਮ ਹੈ ਬਹੁਤ ਹੀ ਗਰੀਬ ਘਰ ਚੋਂ ਹੋਇਆ ਹੈਗਾ ਤੇ ਖੁਦ ਜਿਹੜਾ ਇਹੋ ਜਿਹੀ ਸਥਿਤੀ ਸਾਡੇ ਸੀਗੀ ਬਈ ਜਿਸ ਵੇਲੇ ਮੇਰਾ ਜਨਮ ਹੋਇਆ ਮੈਂ ਬੋਰੀ ਤੇ ਪੈਦਾ ਹੋਇਆ ਤੇ ਸਾਡੇ ਜਦੋਂ ਮੈਂ ਪੈਦਾ ਹੋਇਆ ਤਾਂ ਮੇਰੀ ਮਾਤਾ ਜੀ ਸਾਡੇ ਪਾਪਾ ਜੀ ਨੂੰ ਕਹਿੰਦੇ ਬਈ ਤੂੰ ਹੁਣ ਲਿਬਾ ਗੁੜ ਨਾ ਲਿਆਈ, ਕਿਉਂਕਿ ਜਦੋਂ ਮੇਰੇ ਵੱਡੇ ਭਰਾ ਪਹਿਲਾਂ ਪੈਦਾ ਹੋਏ ਆ ਤਾਂ ਉਸ ਵੇਲੇ ਮੇਰੇ ਪਿਤਾ ਜੀ ਜ਼ਿਮੀਂਦਾਰਾਂ ਦੇ ਹੀ ਸੀਰੀ ਸੀਗੇ ਤੇ ਉਹਨਾਂ ਨੇ ਜਾ ਕੇ ਕਿਹਾ ਜ਼ਿਮੀਂਦਾਰਾਂ ਨੂੰ ਵੀ ਸਾਡੇ ਮੁੰਡਾ ਹੋਇਆ ਇਹ ਗੁੜ ਵੰਡਣਾ। ਉਹ ਕਹਿੰਦੇ ਵੀ ਤੁਸੀਂ ਗੁੜ ਨਹੀਂ ਵੰਡ ਸਕਦੇ, ਵੀ ਆ ਖਰਾਬ ਹੋਇਆ ਗੁੜ, ਜਿਹੜਾ ਲਿਬਾ ਗੁੜ ਹੈਗਾ ਇਹ ਲੈ ਜਾ। ਉਹ ਵੰਡਿਆ। ਪਰ ਮੇਰੇ ਮਾਤਾ ਜੀ ਕਹਿੰਦੇ ਜਦੋਂ ਮੈਂ ਪੈਦਾ ਹੋਇਆ ਵੀ ਹੁਣ ਤੂੰ ਜ਼ਿਮੀਂਦਾਰਾਂ ਦੇ ਕੰਮ ਨਹੀਂ ਕਰਦਾ, ਤੂੰ ਸੀਰੀ ਨਹੀਂ ਕਰਦਾ, ਹੁਣ ਤੂੰ ਫਗਵਾੜੇ ਦੀ ਜਿਹੜੀ ਦਾਣਾ ਮੰਡੀ ਹੈਗੀ ਹੈ ਉਹਦੇ ਵਿੱਚ ਤੂੰ ਬਾਣੀਆਂ ਦੇ ਕੰਮ ਕਰਦਾ। ਤੇ ਹੁਣ ਬਾਣੀਆਂ ਦੇ ਦੁਕਾਨ ਤੋਂ ਪਤਾਸੇ ਲੈ ਕੇ ਆਈ ਬਈ ਹੁਣ ਪਤਾਸੇ ਬਣ ਰਹੇ ਹੈਗੇ ਆ, ਯਾਨੀ ਇੰਨੀ ਤਰੱਕੀ ਹੋਈ। ਤੇ ਜਦੋਂ ਫਿਰ ਇਹ ਸਾਡਾ ਹੋ ਗਿਆ ਤਾਂ ਮੈਂ ਜਿਸ ਵੇਲੇ 4-5 ਸਾਲ ਦਾ 5 ਸਾਲ ਦਾ ਹੀ ਸਾਨੂੰ ਸਕੂਲੇ ਲਾਇਆ ਗਿਆ ਤੇ ਸਕੂਲੇ ਜਿਹੜਾ ਮਾਸਟਰ ਜ਼ਿਮੀਂਦਾਰ ਸੀਗਾ ਤੇ ਉਹ ਜਿਹੜਾ ਹੀ ਜਦੋਂ ਸਾਡੇ ਜਿਹੜੇ ਦਲਿਤ ਬੱਚੇ ਸੀਗੇ, ਇੱਕ ਵਾਲਮੀਕੀ ਬਰਾਦਰੀ ਚੋਂ ਬੱਚੇ ਸੀਗੇ, ਤਾਂ ਉਹ ਉਹਨਾਂ ਨੂੰ ਇੰਨਾ ਕੁੱਟਦਾ ਸੀ ਵੀ ਉਹਨਾਂ ਦੀ ਲੈਟਰਿਨ ਨਿਕਲ ਜਾਂਦੀ ਸੀ ਤੇ ਸਾਡਾ ਬੈਠਿਆਂ ਦਾ ਹੀ ਪਿਸ਼ਾਬ ਜਿਹੜਾ ਨਿਕਲ ਜਾਂਦਾ ਸੀ ਤੇ ਸਾਨੂੰ ਉਹ ਪ੍ਰੈਣਾ ਮਾਰ ਕੇ ਤੋੜ ਦਿੰਦਾ ਸੀ ਤੇ ਸਾਡੀਆਂ ਨਿੱਕਰਾਂ, ਉਸ ਵੇਲੇ ਖਾਕੀ ਨਿੱਕਰ ਹੁੰਦੀ ਕਮੀਜ਼ ਨਾਲ, ਉਹ ਚੁੰਦੀਆਂ ਹੀ ਘਰਾਂ ਨੂੰ ਆ ਜਾਂਦੇ ਸੀ। ਪਰ ਬਹੁਤ ਹੀ ਇੱਕ ਗੁਰਮੁਖ ਜਿਹੜਾ ਟੀਚਰ ਬਦਲ ਕੇ ਫਗਵਾੜੇ ਅੱਜ ਉਹਦੇ ਲੜਕੇ ਦੀ ਭਾਟੀਆ ਆਰਟ ਕਰਕੇ ਦੁਕਾਨ ਹੈ ਸਟਾਰਚ ਮਿਲ ਦੇ ਸਾਹਮਣੇ, ਉਹਦਾ ਪਿਓ ਜਿਹੜਾ ਹੀ ਸਰਦਾਰ ਅਮੋਲਕ ਸਿੰਘ ਜੀ ਭਾਟੀਆ, ਉਹ ਬੜੇ ਗੁਰਮੁਖ ਬੰਦੇ ਸੀਗੇ। ਉਹਨੇ ਆ ਕੇ ਸਾਨੂੰ ਪਿਆਰ ਕੀਤਾ, ਸਾਨੂੰ ਪੜ੍ਹਾਇਆ, ਮੈਨੂੰ ਕਲਾਸ ਦਾ ਜਿਹੜਾ ਮਨੀਟਰ ਬਣਾਇਆ। ਇਸ ਤਰ੍ਹਾਂ ਹੀ ਪ੍ਰਾਇਮਰੀ ਪਾਸ ਕਰ ਗਏ। 8ਵੀਂ 'ਚ ਜਦੋਂ ਮੈਂ ਹੋਇਆ ਤੇ ਛੁੱਟੀਆਂ ਹੋ ਗਈਆਂ ਤੇ ਫਿਰ ਦੇਖਿਆ ਵੀ ਮੈਂ ਅੱਗੇ ਪੜ੍ਹਨਾ ਹੈਗਾ। ਕਰਦੇ ਤਾਂ ਕਹਿੰਦੇ ਸੀ ਅਸੀਂ ਤੈਨੂੰ ਹੁਣ ਪੜ੍ਹਾ ਨਹੀਂ ਸਕਦੇ ਹੈਗੇ, ਵੀ ਤੂੰ ਕੰਮ ਜਿਹੜਾ ਆਪਣਾ ਫਰਨੀਚਰ ਵਾਲਾ ਸਾਡਾ ਹੈਗਾ ਆ ਉਹ ਹੀ ਤੂੰ ਕਰ ਲਾ। ਮੈਂ ਕਿਹਾ ਨਹੀਂ, ਮੈਂ ਅੱਗੇ ਪੜ੍ਹਨਾ ਹੈਗਾ। ਤਾਂ ਮੈਂ ਫਗਵਾੜੇ ਜਿਹੜੀ ਆ ਬੋਰਡ ਹੇਠ ਮੰਡੀ ਲੱਗਦੀ ਆ ਮਜ਼ਦੂਰਾਂ ਦੀ, ਬੋਰਡ ਥੱਲੇ ਬੰਸਾਲੇ ਬਾਜ਼ਾਰ 'ਚ, ਮੈਂ ਉੱਥੇ ਉਸ ਵੇਲੇ 4.25 ਰੁਪਏ ਦਿਹਾੜੀ ਸੀ। ਮੈਂ ਉੱਥੇ ਜਿਹੜੀਆਂ 16 ਦਿਹਾੜੀਆਂ ਜਿਹੜੀਆਂ ਲਾਈਆਂ ਤੇ ਮੈਨੂੰ 60 ਰੁਪਏ ਮਿਲੇ ਤੇ ਫਿਰ ਮੈਂ 9ਵੀਂ 'ਚ ਜਿਹੜਾ ਫਗਵਾੜੇ ਜਿਹੜਾ ਗੌਰਮੈਂਟ ਹਾਈ ਸਕੂਲ ਉੱਥੇ ਜਿਹੜਾ ਮੈਂ ਦਾਖਲਾ ਲੈ ਲਿਆ ਹੈਗਾ। ਉਸ ਤੋਂ ਬਾਅਦ ਫਿਰ ਮੈਂ ਜਿਹੜੀ 10ਵੀਂ ਕਰਕੇ ਇਹ BA ਤੱਕ ਮੈਂ ਆਪਣੀ ਮਿਹਨਤ ਕਰਕੇ ਹੀ ਜਿਹੜਾ ਦਿਹਾੜੀਆਂ ਕਰਕੇ ਹੀ ਮੈਂ ਕੀਤੀ ਆ। ਤੇ ਜਿਹੜੀ ਫਿਰ ਮੈਂ ਲਾ ਕੀਤਾ ਹੈਗਾ, ਮੈਂ ਉੱਥੇ ਯੂਨੀਵਰਸਿਟੀ 'ਚ ਰਿਕਸ਼ਾ ਚਲਾ ਕੇ ਜਿਹੜੀ ਵਕਾਲਤ ਕੀਤੀ ਹੈਗੀ ਆ। ਮੈਂ ਬਿਰਦੀ ਸਾਹਿਬ, ਤੁਸੀਂ ਸਾਨੂੰ ਆਪਣੇ ਪੜ੍ਹਾਈ ਬਾਰੇ ਤੇ ਜਨਮ ਬਾਰੇ ਬਹੁਤ ਤਫਸੀਲ ਨਾਲ ਦੱਸਿਆ ਤੇ ਅਸੀਂ ਸਮਝਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਆ ਉਹ ਇਸ ਚੀਜ਼ ਨੂੰ, ਜਿਵੇਂ ਅਸੀਂ ਦੱਸਿਆ ਸੀਗਾ ਕਿ ਸੈਲੀਬ੍ਰਿਟੀ ਨੂੰ ਲਿਆਉਂਦੇ ਆ, ਉਹ ਇਸ ਚੀਜ਼ ਤੋਂ ਜਾਣ ਗਏ ਹੋਣਗੇ ਕਿ ਜਿਸ ਸੈਲੀਬ੍ਰਿਟੀ ਨੂੰ ਅਸੀਂ ਗੱਲ ਕਰਦੇ ਹਾਂ ਕਿਸ ਮੁਕਾਮ ਤੋਂ ਉੱਠ ਕੇ ਆ। ਤੇ ਅੱਜ ਅਸੀਂ ਜਿਸ ਮੁਕਾਮ ਤੇ ਹੋ ਤੁਸੀਂ, ਆਪਾਂ ਉਸ ਗੱਲ ਨੂੰ, ਆਪਣੀ ਗੁਫ਼ਤਗੂ ਨੂੰ ਵਧਾਈਏ। ਤੇ ਜਿਹੜਾ ਤੁਸੀਂ ਲਾਸਟ ਜਿਹੜਾ ਲਾਸਟ ਸਾਲ ਜਦੋਂ ਤੁਸੀਂ ਪ੍ਰੈਕਟਿਸ ਸ਼ੁਰੂ ਕੀਤੀ ਆ, ਤੁਸੀਂ ਪ੍ਰੈਕਟਿਸ ਕਦੋਂ ਸ਼ੁਰੂ ਕੀਤੀ ਔਰ ਕਿੱਥੇ ਸ਼ੁਰੂ ਕੀਤੀ? ਪ੍ਰੈਕਟਿਸ ਮੈਂ ਜਿਹੜੀ ਆ ਇੱਥੇ ਫਗਵਾੜੇ ਕੀਤੀ ਆ ਸ਼ੁਰੂ, ਔਰ 27 ਜਨਵਰੀ 1900 ਜਿਹੜੀ
84 ਨੂੰ ਮੈਂ ਸ਼ੁਰੂ ਕੀਤਾ ਹੈਗਾ। ਤੇ ਜਿਉਂ ਹੀ ਮੈਂ ਵਕਾਲਤ ਆ ਕੇ ਸ਼ੁਰੂ ਕੀਤੀ, ਕਿਰਾਏ ਤੇ ਮੈਂ ਆ ਰੇਲਵੇ ਬ੍ਰਿਜ ਜਿਹੜਾ ਹੁਣ ਬੰਗਾ ਵਾਲੀ ਰੇਲ ਤੇ ਬਣਿਆ ਆ, ਉੱਥੇ ਮੈਂ GT ਰੋਡ ਦੇ ਉੱਪਰ ਹੀ ਕਿਰਾਏ ਤੇ ਲੈ ਕੇ ਜਿਹੜੇ 2 ਕਮਰੇ, ਉੱਥੇ ਮੈਂ ਪਹਿਲਾਂ ਅੰਬੇਡਕਰ ਬੁੱਧਾ ਲਰਨਿੰਗ ਸੈਂਟਰ ਜਿਹੜਾ ਖੋਲ੍ਹਿਆ। ਤੇ ਉਹ ਲਰਨਿੰਗ ਸੈਂਟਰ ਦੇ ਵਿੱਚ ਹਰ ਸੰਡੇ ਕਲਾਸ ਲਾਉਂਦੇ ਸੀ ਅਸੀਂ। ਤੇ ਇਸ ਲਈ ਨੌਜਵਾਨ ਜਿਹੜੇ ਇਲਾਕੇ ਦੇ ਬਹੁਤ ਸਾਰੇ ਜਿੰਨੇ ਲੀਡਰ ਬਣੇ ਆ ਹੁਣ ਗਰੀਬਾਂ ਦੇ ਵਿੱਚੋਂ, ਉਹ ਸਾਰੇ ਇੱਥੋਂ ਕੇਡਰਾਈਜ਼ ਹੋਏ ਹੈਗੇ ਆ। ਤੇ ਉਦੋਂ ਬਾਅਦ ਜਿਉਂ ਹੀ ਫੇ ਅਪ੍ਰੈਲ ਦੇ ਵਿੱਚ ਜਿਹੜਾ ਬਲੂ ਸਟਾਰ ਹੋ ਗਿਆ। ਜਦੋਂ ਬਲੂ ਸਟਾਰ ਹੋ ਗਿਆ, ਸਰਕਾਰ ਜਿਹੜੀ ਕੇਂਦਰ ਦੀ ਆ, ਉਹਨੇ ਜਿਹੜੀ ਇੱਥੇ ਦਾ ਸਿੱਖ ਸਮਾਜ ਆ, ਉਹਨਾਂ ਦੇ ਦੁੱਖਾਂ ਦੀ ਗੱਲ ਜਾਂ ਉਹਨਾਂ ਦੀਆਂ ਜਿਹੜੀਆਂ ਪੰਜਾਬੀ ਆਪਣੇ ਜਿਹੜੀਆਂ ਹੈਗੀਆਂ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀ, ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਉਂਕਿ ਸਾਡਾ ਜਿਹੜਾ ਭਾਰਤੀ ਸੰਵਿਧਾਨ ਆ, ਉਹ ਫੈਡਰਲਿਜ਼ਮ ਦੀ ਗੱਲ ਕਰਦਾ। ਤੇ ਫੈਡਰਲਿਜ਼ਮ ਜਿਹੜਾ ਆ, ਉਹ 4 ਜਿਹੜੇ ਉੱਪਰਲੇ ਵੱਡੇ ਅਦਾਰੇ ਆ, ਡਿਫੈਂਸ ਹੈ, ਕਰੰਸੀ ਹੈ, ਕਮਿਊਨੀਕੇਸ਼ਨ ਹੈ, ਤੇ ਇਹਨਾਂ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਜਿਹੜੇ ਕਾਨੂੰਨ ਬਣਾਉਣੇ ਹੈਗੇ, ਉਹ ਸਟੇਟ ਦੀ ਜਿਹੜੀ ਅਧਿਕਾਰ ਹੈਗੇ ਆ। ਤੇ ਇਹ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ ਸ਼੍ਰੋਮਣੀ ਅਕਾਲੀ ਦਲ ਦਾ, ਉਹ ਬਿਲਕੁਲ ਇਹਦੇ ਦਾਇਰੇ ਸੀਗਾ। ਪਰ ਇਹਨੂੰ ਗਲਤ ਸਮਝ ਕੇ, ਗਲਤ ਰੂਪ ਦੇ ਕੇ ਆਪਣੇ ਰਾਜਨੀਤਿਕ ਸਵਾਰਥਾਂ ਲਈ ਜਿਹੜੀ ਕੇਂਦਰ ਸਰਕਾਰ ਆ, ਉਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਜਿਹੜਾ ਆ ਮਿਲਟਰੀ ਇੱਥੇ ਲਾ ਦਿੱਤੀ ਗਈ, ਔਰ ਬਹੁਤ ਜਿਹੜਾ ਤਸ਼ੱਦਦ ਜਿਹੜਾ ਪੰਜਾਬੀਆਂ ਦੇ ਉੱਤੇ ਕੀਤਾ ਗਿਆ ਹੈਗਾ। ਤੇ ਉਸ ਵੇਲੇ ਜਦੋਂ ਇਹ ਹੋਇਆ ਸਾਰਾ ਕੁਛ ਹੀ, ਤਾਂ ਅਸੀਂ ਫਿਰ ਕਿਉਂਕਿ ਦਲੀਲ ਦੀ ਗੱਲ ਖਤਮ ਹੋ ਗਈ, ਗੋਲੀ ਦੀ ਗੱਲ ਸ਼ੁਰੂ ਹੋ ਗਈ। ਜਦੋਂ ਇਹ ਗੱਲ ਸ਼ੁਰੂ ਹੋਈ ਤੇ ਮੈਂ ਫਿਰ ਉਸ ਦਰਮਿਆਨ 'ਚ ਇੱਕ ਕਿਤਾਬ ਲਿਖੀ ਵੀ ਪੰਜਾਬ ਜਿਹੜਾ ਉਹਦੀ ਸਮੱਸਿਆ ਹੈ ਕੀ ਹੈਗੀ ਆ, ਤੇ ਜਿਹੜਾ ਸਿੱਖਾਂ ਦਾ ਸੰਘਰਸ਼ ਹੈ ਉਹ ਕੀ ਹੈਗਾ, ਬਈ ਤਾਂ ਜੋ ਸਰਕਾਰਾਂ ਨੂੰ ਇਸ ਗੱਲ ਦੇ ਬਾਰੇ 'ਚ ਪਤਾ ਲੱਗ ਸਕੇ। ਤੇ ਉਹ ਜਿਹੜਾ ਲੋਕਤੰਤਰ ਸਾਡੇ ਦੇਸ਼ ਦੇ ਵਿੱਚ ਆ, ਲੋਕਤੰਤਰ ਦੇ ਵਿੱਚ ਹਰ ਮਨੁੱਖ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈਗਾ। ਤੇ ਇਸ ਲਈ ਸਿੱਖਾਂ ਨੇ ਜੇ ਕੋਈ ਗੱਲ ਕੀਤੀ ਹੈਗੀ, ਉਹ ਸੰਵਿਧਾਨ ਤੋਂ ਬਾਹਰ ਨਹੀਂ ਹੈਗੀ, ਉਹ ਲੋਕਤੰਤਰਕ ਹੈਗੀ ਆ, ਉਹਨੂੰ ਸੁਣਿਆ ਜਾਣਾ ਚਾਹੀਦਾ ਹੈਗਾ। ਤੇ ਉਹ ਕਿਤਾਬ ਜਿਹੜੀ ਹੈ, ਸੰਤ ਲੌਂਗੋਵਾਲ ਜੀ ਉਸ ਵੇਲੇ ਧਰਮ ਯੁੱਧ ਮੋਰਚਾ ਚਲਾ ਰਹੇ ਸੀਗੇ, ਤੇ ਉਹਨਾਂ ਨੇ ਉਹ ਜਿਹੜੀ ਕਾਲਾ ਸੰਘਿਆ, ਇੱਕ ਬਹੁਤ ਵੱਡੀ ਕਾਨਫਰੰਸ ਹੋਈ, ਲੱਖਾਂ ਸਿੱਖ ਤੇ ਲੋਕ ਉਹਦੇ ਵਿੱਚ ਸ਼ਾਮਲ ਸੀਗੇ। ਉੱਥੇ ਉਹਨਾਂ ਨੇ ਉਹਨੂੰ ਜਿਹੜਾ ਕਿਤਾਬ ਨੂੰ ਜਾਰੀ ਕੀਤਾ। ਬ੍ਰਿਟਿਸ਼ ਸਾਹਿਬ, ਆਪਾਂ ਜਿਹੜੀ ਗੁਫ਼ਤਗੂ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਅਸੀਂ ਹਰ ਪਹਿਲੂ ਨੂੰ ਥੋੜਾ ਜ਼ਰੂਰ ਆਪਾਂ ਗੰਭੀਏ, ਤਾਂ ਕਿ ਜਿਹੜਾ ਆਵਾਮ ਦੇ ਵਿੱਚ, ਲੋਕਾਂ ਦੇ ਵਿੱਚ, ਦਰਸ਼ਕਾਂ ਦੇ ਵਿੱਚ ਸਾਡੇ ਇਹ ਗੱਲ ਜਾਵੇ ਵੀ ਜਿਹੜੀ ਅਸੀਂ ਕਿਸੇ ਵੀ ਮੁੱਦੇ ਨੂੰ ਲੈ ਕੇ ਗੱਲ ਕਰਦੇ ਹਾਂ ਤੇ ਉਸ ਮੁੱਦੇ ਨੂੰ ਐਕਸਪਲੇਨ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ, ਤੇ ਉਹਦੇ ਵਿੱਚ ਕੋਈ ਨਾ ਕੋਈ ਉਹਨਾਂ ਦਾ ਜਿਹੜਾ ਸੇਧ ਜਾਂ ਉਹਨਾਂ ਨੂੰ ਇੱਕ ਜਾਣਕਾਰੀ ਜ਼ਰੂਰ ਮਿਲੇ। ਸੋ ਅਸੀਂ ਇਹ ਗੱਲ ਕਰਦੇ ਸੀਗੇ, ਤੁਸੀਂ ਬਲੂ ਸਟਾਰ ਦੀ ਗੱਲ ਕੀਤੀ ਆ, ਆਪਣੀ ਬੁੱਕਸ ਦੀ ਗੱਲ ਕੀਤੀ ਆ, ਆਪਾਂ ਇਹਨੂੰ ਵੀ ਨਾਲ ਦੀ ਨਾਲ ਜਾਰੀ ਰੱਖਾਂਗੇ। ਇਹ ਤੁਸੀਂ ਲਾਅ ਦੇ ਨਾਲ ਜਦੋਂ ਤੁਸੀਂ ਪ੍ਰੈਕਟਿਸ ਸ਼ੁਰੂ ਕੀਤੀ ਆ, ਤੇ ਤੁਸੀਂ ਸਿਆਸਤ ਦੇ ਵਿੱਚ ਵੀ ਆਏ, ਸਭ ਤੋਂ ਪਹਿਲਾਂ ਤੁਸੀਂ ਕਿਹੜੀ ਪਾਰਟੀ ਜਿਹੜੀ ਆ ਐਜ ਏ ਪੋਲੀਟੀਸ਼ੀਅਨ ਜੁਆਇਨ ਕੀਤੀ? ਐਜ ਏ ਪੋਲੀਟੀਕਲ ਅੱਜ ਤੱਕ ਮੈਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਮੈਂਬਰ ਨਹੀਂ ਬਣਿਆ ਜੀ। ਪਰ ਜਦੋਂ ਹੀ ਫਰਵਰੀ ਜਿਹੜਾ 1984 ਦੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬੰਦ ਕੀਤਾ ਗਿਆ ਹੈ ਜੀ, ਤੇ ਉਹਦੇ 'ਚ ਉਸ ਕਾਨਫਰੰਸ ਦੇ ਵਿੱਚ ਮੈਂ ਬੋਲਿਆ ਸੀਗਾ। ਤੇ ਉਹਦੇ ਵਿੱਚ ਮੈਂ ਇਹੋ ਹੀ ਕਿਹਾ ਸੀ ਬਈ ਸਰਕਾਰ ਨੂੰ ਤਸ਼ੱਦਦ ਕਰਨ ਦੀ ਬਜਾਏ, ਮਾਰ-ਮਰਾਈ ਕਰਨ ਦੀ ਬਜਾਏ, ਜਿਹੜਾ ਸਰਕਾਰੀ ਆਤੰਕ ਫੈਲਾਉਣ ਦੀ ਬਜਾਏ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਮੈਂ ਉਸ ਵੇਲੇ ਸ਼੍ਰੋਮਣੀ ਕਮੇਟੀ ਜਿਹੜੀ ਅਕਾਲੀ ਦਲ ਸੀਗਾ, ਮੈਂ ਉਹਨਾਂ ਦਾ ਸਮਰਥਕ ਸੀਗਾ। ਉਦੋਂ ਬਾਅਦ ਫਿਰ ਜਿਹੜੀ ਹੈ ਕਾਂਚੀ ਰਾਮ ਜੀ ਦੀ ਲਹਿਰ ਆਉਂਦੀ ਹੈਗੀ ਆ, ਬਹੁਜਨ ਸਮਾਜ ਪਾਰਟੀ ਦੀ ਲਹਿਰ ਆਉਂਦੀ ਹੈਗੀ ਆ। ਇਹ ਦਸੰਬਰ 1981 ਦੇ ਵਿੱਚ ਕਾਂਚੀ ਰਾਮ ਜੀ ਨੇ ਬਾਂਸੈਪ ਜਿਹੜੀ ਬਣਾਈ ਹੈ। ਪਰ ਜੇ ਥੋੜਾ ਜਿਹਾ ਆਪਾਂ ਪਿੱਛੇ ਨੂੰ ਜਾਈਏ ਤਾਂ ਜਿਹੜਾ ਪਿਛਲਾ ਦਹਾਕਾ ਹੈ 70 ਤੋਂ ਲੈ ਕੇ 80 ਤੱਕ ਦਾ, ਜਦੋਂ ਅਜੇ ਕਾਂਚੀ ਰਾਮ ਜੀ ਦੀ ਲਹਿਰ ਨਹੀਂ ਆਈ ਸੀ, ਤਾਂ ਮੈਂ ਉਸ ਵੇਲੇ ਦਲਿਤ ਪੈਂਥਰ ਜਿਹੜੀ ਲਹਿਰ ਆਈ ਸੀਗੀ, ਤੇ ਦਲਿਤ ਪੈਂਥਰ ਲਹਿਰ ਜਿਹੜੀ ਆ ਉਹਦਾ ਮੈਂ ਪੰਜਾਬ ਦਾ ਮੁਖੀ ਸੀਗਾ। ਤੇ 1972 ਦੇ ਵਿੱਚ ਉਹ ਲਹਿਰ ਪੈਦਾ ਹੁੰਦੀ ਹੈ। ਲਹਿਰ ਉਹ ਇਸ ਕਰਕੇ ਪੈਦਾ ਹੋਈ ਵੀ ਜਿਹੜੀ 1971 'ਚ ਜੰਗ ਲੱਗੀ ਹੈਗੀ ਪਾਕਿਸਤਾਨ ਦੇ ਨਾਲ, ਤੇ ਉਸ ਜੰਗ ਦੇ ਵਿੱਚ ਜਿਹੜੀ ਮਹਾਰ ਰੈਜੀਮੈਂਟ ਆ, ਡਾਕਟਰ ਅੰਬੇਡਕਰ ਦੇ ਜੇ ਨਾਲ ਸੰਬੰਧ ਰੱਖਦੇ ਹੈਗੇ ਆ, ਉਹ ਮਹਾਰ ਰੈਜੀਮੈਂਟ ਵੈਸੇ ਤਾਂ ਰਾਸ਼ਟਰਪਤੀ ਭਵਨ ਜਾ ਕੇ ਦੇਖੋ ਤਾਂ ਗੋਲਡਨ ਅੱਖਰਾਂ 'ਚ ਜਿਹੜਾ ਨਾਂ ਆ ਉਹ ਮਹਾਰ ਰੈਜੀਮੈਂਟ ਦਾ ਲਿਖਿਆ ਗਿਆ ਹੈਗਾ। ਉਹ ਸਭ ਤੋਂ ਬਹਾਦਰ ਹੈ।
ਤੇ ਉਹਦਾ ਇੱਕ ਜਿਹੜਾ ਨਾਇਬ ਸੂਬੇਦਾਰ ਸੀ ਤੁਲਸੀਦਾਸ ਬੀ ਜਾਦਵ, ਤੇ ਉਹ ਤੁਲਸੀਦਾਸ ਜਿਹੜਾ ਬੀ ਜਾਦਵ ਸੀ ਤੇ ਉਹਦੀ ਬਾਰਡਰ ਦੇ ਉੱਤੇ ਸੀਗਾ ਤਾਂ ਉਹਦਾ ਤੋਪ ਉੱਤੇ ਦਾ ਗੋਲਾ ਆਇਆ ਪਾਕਿਸਤਾਨ ਵੱਲੋਂ, ਉਹਦਾ ਸਿਰ ਉਡਾ ਕੇ ਲੈ ਗਿਆ। ਪਰ ਉਹਦੇ ਵਿੱਚ ਇੰਨੀ ਬਿਲ ਪਾਵਰ ਸੀ, ਉਹ ਸਟੇਨ ਉਹਦੇ ਉੱਤੇ ਖੜਾ ਸੀ ਜਿਹੜੀ ਵੱਡੀ ਤੋਪ ਗੋਲੀਆਂ ਵਾਲੀ ਹੁੰਦੀ ਆ, ਉਹਨੇ ਸਿਰ ਉੜੇ ਹੀ ਚਲਾ ਕੇ ਉਹਦਾ 250 ਜਿਹੜਾ ਦੁਸ਼ਮਣ ਜਿਹੜਾ ਮਾਰ ਦਿੱਤਾ। ਭਾਰਤ ਸਰਕਾਰ ਨੇ ਉਹਨੂੰ ਪਰਮਵੀਰ ਚੱਕਰ ਦਿੱਤਾ। ਚੱਕਰ ਦੇ ਕੇ ਤਾਂ ਫਿਰ ਉਹਨਾਂ ਨੇ ਉਹ ਜਿਹੜਾ ਸੀਗਾ ਉਹਦੀ ਜਿਹੜੀ ਘਰ ਵਾਲੀ ਸੀ, ਉਹਦੇ 3 ਬੱਚੇ ਸੀਗੇ ਤੇ ਉਹ ਸੀਗੀ ਉਹ ਵਿਧਵਾ ਹੋ ਗਈ। ਮਹਾਰਾਸ਼ਟਰ ਦੇ ਉਹ ਜਿਹੜੇ ਪੂਨੇ ਦੇ ਕੋਲ ਪਿੰਡ ਹੈਗਾ, ਉੱਥੇ ਦੇ ਸੋਨਾਗਾਂਵ ਪਿੰਡ ਹੈ ਜੀ, ਉੱਥੇ ਦੇ ਉਹ ਜਦੋਂ ਹੋ ਗਏ ਤਾਂ ਉੱਥੇ ਦਾ ਜਿਹੜਾ ਜ਼ਿਮੀਂਦਾਰ ਸੀਗਾ ਉਹ ਬੜਾ ਸਰਪੰਚ ਵੀ ਸੀ, ਉਹਦਾ ਦਿਲ ਬੇਈਮਾਨ ਹੋ ਗਿਆ ਵੀ ਇਹਨੂੰ ਵਿਧਵਾ ਨੂੰ ਐਕਸਪਲਾਇਟ ਕਰੀਏ। ਉਹਨੇ ਪਿੰਡ ਇਕੱਠਾ ਕਰਕੇ ਗਿਆ ਵੀ ਸਰਕਾਰ ਨੇ ਇਹਨੂੰ ਸਨਮਾਨਿਤ ਕੀਤਾ ਹੈਗਾ ਤੇ ਇਸ ਲਈ ਅਸੀਂ ਤੈਨੂੰ ਸਨਮਾਨਿਤ ਕਰਨਾ ਹੈਗਾ। ਉਹ ਕਹਿੰਦੀ ਮੈਂ ਤਾਂ ਅਨਪੜ੍ਹ ਹੈਗੀ ਆ, ਘਰ ਵਾਲਾ ਮੇਰਾ ਨਹੀਂ ਰਿਹਾ ਹੈਗਾ ਤੇ ਮੈਂ ਨਹੀਂ ਇਹਦੇ ਯੋਗ ਹੈਗੀ। ਪਰ ਨਹੀਂ, ਹੁਣ ਧੱਕੇ ਨਾ ਬਣਾ ਕੇ ਥੋੜੇ ਦਿਨਾਂ ਬਾਅਦ ਹੀ ਰਾਤ ਨੂੰ ਆ ਗਿਆ ਤੇ ਆ ਕੇ ਕਹਿੰਦਾ ਬਈ ਅਸੀਂ ਦਸਤਖਤ ਕਰਾਉਣੇ ਕਾਰਵਾਈ ਤੇ। ਉਹ ਕਹਿੰਦੀ ਦਿਨੇ ਕਰਾ ਲਿਓ। ਕਹਿੰਦੇ ਨਹੀਂ, ਪਰ ਉਹ ਮਨਸਾ ਉਹਦੀ ਕੋਈ ਹੋਰ ਸੀਗੀ। ਇਹਨੇ ਨੂੰ ਗੁਆਂਢੀ ਜਾਗ ਪਏ, ਹੋਰ ਜਾਗ ਪਏ, ਲੋਕ ਇਕੱਠੇ ਹੋ ਗਏ ਤਾਂ ਉਹ ਆਪਣੀ ਮਨਸਾ ਪੂਰੀ ਨਹੀਂ ਕਰ ਸਕਿਆ ਤੇ ਪਰ ਉਹ ਚਲੇ ਗਿਆ। ਤੇ ਉਦੋਂ ਬਾਅਦ ਉਹਨੇ ਦੇਖਿਆ ਵੀ ਮੇਰਾ ਇਹ ਇੱਕ ਜਿਹੜੀ ਦਲਿਤ ਹੋ ਕੇ ਔਰਤ ਨੇ ਮੇਰਾ ਅਪਮਾਨ ਕੀਤਾ ਹੈ। ਇਹ ਜਿਹੜੀ ਜਾਤ ਪਾਤ ਹੈਗੀ ਆ ਵੀ ਇਹ ਯੂਐਨਓ ਨੂੰ ਇਹ ਸਬਮਿਟ ਕੀਤਾ ਡਰਬਨ ਕਾਨਫਰੰਸ ਦੇ ਵਿੱਚ ਬਈ ਇਹ ਜਿਹੜਾ ਵੀ ਇੱਥੇ ਇਹ ਵੀ ਇੱਕ ਅਜੂਬਾ ਹੀ ਆ, 8ਵਾਂ ਅਜੂਬਾ ਹੈ ਬਈ। ਤੇ ਇਸ ਤਰ੍ਹਾਂ ਕਰਕੇ ਤਾਂ ਉਹ ਜਿਹੜਾ ਮੇਲਾ ਸੀਗਾ ਉਹ 3 ਦਿਨ ਬਹੁਤ ਲੱਗਾ। ਉਹਦੇ ਵਿੱਚ ਜਿਹੜਾ ਹੈਗਾ 11 ਗੋਸ਼ਟੀਆਂ ਹੋਈਆਂ ਜੋ ਪੰਜਾਬ ਦੀਆਂ ਸਮੱਸਿਆਵਾਂ ਇਹਨਾਂ ਦੇ ਨਾਲ ਸੰਬੰਧਿਤ ਹੈ। ਤਾਂ ਉਹਦੇ ਵਿੱਚ ਵੀ ਫਿਰ ਅਸੀਂ ਇੱਕ ਗੱਲ ਰੱਖੀ। ਅਸੀਂ ਇਹ ਗੱਲ ਰੱਖੀ ਵੀ ਪੰਜਾਬ ਦੇ ਵਿੱਚ ਜਿਹੜੀਆਂ ਉਸ ਵੇਲੇ ਜਿਹੜੀਆਂ 3 ਯੂਨੀਵਰਸਿਟੀਆਂ ਸੀਗੀਆਂ, ਪੰਜਾਬ ਯੂਨੀਵਰਸਿਟੀ, ਪੰਜਾਬੀ ਤੇ ਗੁਰੂ ਨਾਨਕ ਦੇਵ ਜੀ। ਅਸੀਂ ਕਿਹਾ ਵੀ ਮਾਝੇ ਮਾਲਵੇ 'ਚ ਯੂਨੀਵਰਸਿਟੀਆਂ ਹੈਗੀਆਂ, ਦੁਆਬੇ 'ਚ ਕੋਈ ਯੂਨੀਵਰਸਿਟੀ ਨਹੀਂ ਹੈਗੀ ਹੈ। ਤੇ ਇਸ ਕਰਕੇ ਗੁਰੂ ਰਵਿਦਾਸ ਨੂੰ ਮੰਨਣ ਵਾਲੇ ਦੁਆਬੇ ਦੇ ਵਿੱਚ ਜਿਹੜੇ ਬਹੁਤ ਉਹਨਾਂ ਦਾ ਪ੍ਰਭਾਵ ਹੈ, ਹਰ ਪਿੰਡ ਦੇ ਵਿੱਚ ਉਹਨਾਂ ਦਾ ਧਰਮ ਸਥਾਨ ਆ। ਈਵਨ ਵਿਦੇਸ਼ਾਂ 'ਚ ਜਿਹੜਾ ਆ 40-45 ਕੰਟਰੀਆਂ 'ਚ ਉਹਨਾਂ ਦੇ ਜਿਹੜੇ ਸਥਾਨ ਗੁਰੂ ਰਵਿਦਾਸ ਜੀ ਦੇ ਬਣੇ ਹੋਏ ਹੈਗੇ ਆ। ਇਸ ਲਈ ਗੁਰੂ ਰਵਿਦਾਸ ਜੀ ਪੰਜਾਬ ਆਏ ਵੀ ਹੈਗੇ ਆ, ਇੱਥੇ ਫਗਵਾੜੇ ਚੱਕ ਕੀਮ ਉਹ ਆਏ ਹੈਗੇ ਆ। ਤੇ ਇਸ ਕਰਕੇ ਵੀ ਉਹਨਾਂ ਦੇ ਨਾਂ ਦੇ ਉੱਤੇ ਜਿਹੜੀ ਯੂਨੀਵਰਸਿਟੀ ਦੁਆਬੇ 'ਚ ਬਣਨੀ ਚਾਹੀਦੀ ਹੈਗੀ ਆ। ਤੇ ਉਸ ਮੰਗ ਨੂੰ ਅਸੀਂ ਫਿਰ ਉਠਾਇਆ ਤੇ ਉਹ ਜਿਹੜੀ ਯੂਨੀਵਰਸਿਟੀ ਆ ਉਹ ਇਸ ਵੇਲੇ ਬਕਾਇਦਾ ਹੁਸ਼ਿਆਰਪੁਰ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਨਾਂ ਤੇ ਚੱਲ ਰਹੀ ਹੈਗੀ ਆ। ਫਿਰ ਇਹ ਫਗਵਾੜੇ ਦਾ ਜਿਹੜਾ ਬੱਸ ਸਟੈਂਡ ਆ, ਜਿਹੜੀ ਅਕਾਲੀ ਸਰਕਾਰ ਸੀਗੀ, ਉਹਨਾਂ ਨੇ ਕੀ ਕੀਤਾ ਬਈ ਜਿਹੜੇ ਨਵੇਂ ਬੱਸ ਸਟੈਂਡ ਬਣਾਏ ਬਹੁਤ ਵਧੀਆ। ਜਿੱਦਾਂ ਅੰਮ੍ਰਿਤਸਰ ਸਾਹਿਬ ਦਾ ਉਹ ਗੁਰੂ ਸਾਹਿਬਾਨ ਦੇ ਨਾਂ ਤੇ ਨਾਂ ਰੱਖ ਦਿੱਤਾ, ਜਲੰਧਰ ਵਾਲੇ ਦਾ ਸ਼ਹੀਦ ਭਗਤ ਸਿੰਘ ਜੀ ਦੇ ਨਾਂ ਤੇ ਰੱਖ ਦਿੱਤਾ, ਪਠਾਨਕੋਟ ਵਾਲੇ ਦਾ ਮਹਾਰਾਣਾ ਪ੍ਰਤਾਪ ਦੇ ਰੱਖ ਦਿੱਤਾ ਤੇ ਲੁਧਿਆਣੇ ਵਾਲੇ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਤੇ ਰੱਖ ਦਿੱਤਾ। ਅਸੀਂ ਫਿਰ ਕਿਹਾ ਬਈ ਇਹ ਇੱਥੇ 40% ਦੇ ਕਰੀਬ ਲੋਕ ਜਿਹੜੇ ਦਲਿਤ ਹੈਗੇ ਆ ਪੰਜਾਬ ਦੇ ਵਿੱਚ, ਬਈ ਆਹ ਫਗਵਾੜੇ ਵਾਲਾ ਜਿਹੜਾ ਬੱਸ ਸਟੈਂਡ ਹੈ ਇਹ ਵੀ ਨਵਾਂ ਬਣਿਆ ਸੀ, ਬਹੁਤ ਵਧੀਆ ਜਾਣੀ ਹੈਗਾ, ਇੱਥੇ ਕੋਈ ਜਿਹੜਾ ਭੁਚਾਲ ਦਾ ਅਸਰ ਨਹੀਂ ਹੋ ਸਕਦਾ। ਤੇ ਅਸੀਂ ਕਿਹਾ ਵੀ ਇਹਦਾ ਨਾਂ ਡਾਕਟਰ ਬਾਬਾ ਸਾਹਿਬ ਅੰਬੇਡਕਰ ਯੂਨੀਵਰਸਿਟੀ ਬੱਸ ਸਟੈਂਡ ਰੱਖਿਆ ਜਾਏ। ਤਾਂ ਅਸੀਂ ਫਿਰ ਜਿਹੜਾ ਇਹ ਫਗਵਾੜੇ ਦੀਆਂ ਜਿਹੜੀਆਂ ਪੰਚਾਇਤਾਂ ਆ, 43 ਪੰਚਾਇਤਾਂ ਪਿੰਡਾਂ ਦੀਆਂ, ਉਹਨਾਂ ਤੋਂ ਰੈਜੂਲੇਸ਼ਨ ਕਰਾਏ। ਉਹ ਤੋਂ ਬਾਅਦ ਜਿਹੜੀ ਇੱਥੇ ਦੀ ਬਲਾਕ ਸੰਮਤੀ ਸੀਗੀ ਉਹ ਤੋਂ ਰੈਜੂਲੇਸ਼ਨ ਕਰਾਇਆ। ਫਿਰ ਅਸੀਂ ਸਰਦਾਰ ਜਿਹੜੇ ਅਟਵਾਲ ਜੀ ਉਸ ਵੇਲੇ ਉਹ ਲੋਕ ਸਭਾ ਸੀਗੇ, ਅਟਵਾਲ ਆਪਣੇ ਗੁਰਵਿੰਦਰ ਸਿੰਘ ਅਟਵਾਲ, ਚਰਨਜੀਤ ਅਟਵਾਲ, ਹਾਂ ਚਰਨਜੀਤ ਸਿੰਘ ਅਟਵਾਲ ਜੀ, ਉਹ ਜਿਹੜੇ ਉਹ ਸਾਡੇ ਇੱਥੇ ਕਾਫੀ ਸਾਡੇ ਉਹਨਾਂ ਦਾ ਆਉਣਾ ਜਾਣਾ। ਤੇ ਅਸੀਂ ਫਿਰ ਉਹਨਾਂ ਨੂੰ ਨਾਲ ਲੈ ਕੇ ਬਾਦਲ ਜੀ ਨੂੰ ਮਿਲੇ। ਮੋਹਨ ਲਾਲ ਜੀ ਉਸ ਵੇਲੇ ਟਰਾਂਸਪੋਰਟ ਜਿਹੜੇ ਮਿਨਿਸਟਰ ਸੀਗੇ, ਤਾਂ ਉਹਨਾਂ ਨੇ ਗੱਲ ਸੁਣੀ। ਉਹ ਕਹਿੰਦੇ ਬਿਲਕੁਲ ਬਾਦਲ ਸਾਹਿਬ ਕਹਿੰਦੇ ਜਾਇਜ਼ ਹੈਗਾ ਆ, ਜਦ ਆਪਾਂ ਬਾਕੀ ਸਾਰੇ ਸਮਾਜ ਦੇ ਮਹਾਂਪੁਰਖਿਆਂ ਦੇ ਰੱਖੇ ਤੇ ਇਹਦਾ ਵੀ ਰੱਖੋ। ਤੇ ਫਿਰ ਇਹਦਾ ਨਾਂ ਹੁਣ ਡਾਕਟਰ ਬਾਬਾ ਸਾਹਿਬ ਅੰਬੇਡਕਰ ਬੱਸ ਸਟੈਂਡ ਹੈ। ਬਰਦੀਸ਼ ਸਾਹਿਬ, ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਦੱਸਿਆ ਸੀਗਾ ਵੀ ਜਿਹੜੀਆਂ ਤੁਹਾਡੇ ਵੱਲੋਂ ਲਿਖੀਆਂ ਜਿਹੜੀਆਂ ਪੁਸਤਕਾਂ ਆ ਉਹਨਾਂ ਤੇ ਮੌਜੂਦਾ ਸਮੇਂ ਦੇ ਵਿੱਚ ਬੱਚੇ PhD ਕਰ ਰਹੇ ਆ, ਔਰ ਤੁਸੀਂ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਵੀ SL ਵਿਰਦੀ ਜੀ ਵੱਲੋਂ ਲਿਖਤ ਕਿਤਾਬਾਂ ਤੇ ਬੱਚੇ ਜਿਹੜੇ ਆ ਆਪਣੇ PhD ਕਰ ਰਹੇ ਆ। ਉਹ ਕਿਹੜੇ ਬੱਚੇ, ਕਿੰਨੇ ਕੁ ਬੱਚੇ ਆ ਜਿਹੜੇ ਤੁਹਾਡੀਆਂ ਕਿੰਨੀਆਂ ਬੁੱਕਸ ਤੇ ਜਿਹੜੇ PhD ਕਰ ਰਹੇ ਆ? ਦੇਖੋ ਸਾਡੀਆਂ ਵੀ ਬੁੱਕਸ ਹੈਗੀਆਂ ਤੇ ਦਲਿਤ ਸਾਹਿਤ ਜਿਹੜਾ ਹੈ, ਦਲਿਤ ਇਤਿਹਾਸ ਜਿਹੜਾ ਹੈ, ਦਲਿਤ ਚੇਤਨਾ, ਦਲਿਤ ਰਾਜਨੀਤੀ, ਦਲਿਤ ਸੱਭਿਆਚਾਰ, ਇਹ ਸਾਰਾ ਹੀ ਜਿਹੜਾ ਅਸੀਂ ਪਹਿਲੀ ਵਾਰੀ ਜਿਹੜੇ ਵੱਡੇ ਵੱਡੇ ਰਾਈਟਰ ਗੁਰਦਾਸ ਰਾਮ ਆਲਮ ਜੀ, ਲਾਲ ਸਿੰਘ ਦਿਲ ਜੀ,
ਸੰਤ ਰਾਮ ਉਦਾਸੀ ਜੀ, ਹੋਰ ਸੀਗੇ। ਅਸੀਂ ਇਹ ਜਿਹੜਾ ਪੰਜਾਬ ਦਾ ਦਲਿਤ ਇਤਿਹਾਸ ਹੈ ਇਹਦੇ ਵਿੱਚ ਅਸੀਂ ਉਹਨਾਂ ਦੇ ਸਾਰੇ ਜੀਵਨ ਸੰਘਰਸ਼ ਜਿਹੜੇ ਛਾਪੇ ਹੈਗੇ ਆ। ਤੇ ਇਸੇ ਤਰ੍ਹਾਂ ਜਿਹੜਾ ਇਹ ਸਾਰਾ ਹੀ ਜਿਹੜਾ ਹੁਣ ਇਹ ਸਾਰਾ ਹੀ ਇਹ ਜਿਹੜੀਆਂ ਉੱਤਰੀ ਭਾਰਤ ਦੀਆਂ 7 ਯੂਨੀਵਰਸਿਟੀਆਂ ਹੈਗੀਆਂ, ਉਹ 7 ਯੂਨੀਵਰਸਿਟੀਆਂ ਜਿਹੜੀਆਂ ਦਿੱਲੀ ਯੂਨੀਵਰਸਿਟੀ ਹੈ, ਕੁਰਕਸ਼ੇਤਰਾ ਹੈ, ਪੰਜਾਬ ਦੀਆਂ ਹੈਗੀਆਂ, ਜੰਮੂ ਦੀ ਹੈ, ਉੱਥੇ ਜਿਹੜਾ ਇਹ ਦਲਿਤ ਸਾਹਿਤ, ਸੱਭਿਅਤਾ, ਰਾਜਨੀਤੀ, ਧਰਮ ਸਭ ਦੇ ਉੱਤੇ ਜਿਹੜਾ 60 ਦੇ ਕਰੀਬ ਜਿਹੜੇ ਹੈਗੇ ਆ। ਕੱਲ ਹੀ ਮੇਰੇ ਕੋਲ ਇੱਕ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰਿਸਰਚ ਕਰ ਰਿਹਾ ਹੈਗਾ, ਉਹਦਾ ਨਾਂ ਜਗਜੀਤ ਸਿੰਘ ਪੰਜੋਲੀ ਪਿੰਡ ਦਾ ਉਹ ਜੀ, ਤੇ ਉਹ ਕਰ ਰਿਹਾ ਹੈਗਾ। ਕੱਲ ਉਹ ਸਾਡੀਆਂ ਕਿਤਾਬਾਂ ਲੈ ਕੇ ਗਿਆ ਹੈਗਾ ਤੇ ਉਹ ਵੀ ਕਰ ਰਿਹਾ ਹੈਗਾ। ਬਿਰਦੀ ਸਾਹਿਬ, ਆਪਾਂ ਬੁੱਕਸ ਦੀ ਗੱਲ ਕੀਤੀ, ਬੱਚਿਆਂ PhD ਦੀ ਗੱਲ ਕੀਤੀ, ਤੁਸੀਂ ਬਹੁਤ ਮਿਹਨਤ ਕੀਤੀ ਆ। ਇੱਕ ਅਸੀਂ ਇਹ ਗੱਲ ਕਰਦੇ ਸੀਗੇ ਜਦੋਂ ਆਪਾਂ ਤੁਸੀਂ ਦੱਸਿਆ ਵੀ ਤੁਸੀਂ ਇੱਕ ਬੁੱਕ ਲਿਖੀ ਸੀ ਜਿਹਦੇ ਵਿੱਚ ਸਿੱਖ ਕੌਮ ਦੀ ਸਰਮੌਰ ਸ਼ਖਸੀਅਤ ਜਿਨ੍ਹਾਂ ਦੇ ਨਾਲ ਤੁਹਾਡੇ ਬਹੁਤ ਅੱਛੇ ਸੰਬੰਧ ਆ, ਤੇ ਅਸੀਂ ਚਾਹੁੰਦੇ ਆ ਤੁਸੀਂ ਉਹਨਾਂ ਬਾਰੇ ਦੱਸੋ, ਉਹਨਾਂ ਦਾ ਨਾਮ, ਉਹਨਾਂ ਨੇ ਕਿਹੜੀ ਬੁੱਕਸ ਤੁਸੀਂ ਲਿਖੀ ਸੀਗੀ। ਉਸ ਬੁੱਕਸ ਨੂੰ ਲੈ ਕੇ ਤੁਹਾਨੂੰ ਸਨਮਾਨ ਕਰਨ ਦੀ ਗੱਲ ਕੀਤੀ ਸੀ, ਵੱਡੇ ਪੱਧਰ ਤੇ ਸਨਮਾਨ ਗੱਲ ਕਰਨ ਦੀ ਸੀ, ਪਰ ਜਦੋਂ ਤੁਸੀਂ ਉਹਨਾਂ ਨੂੰ ਉਸ ਬੁੱਕਸ ਬਾਰੇ ਦੱਸਿਆ ਬੁੱਕਸ ਦੇ ਵਿੱਚ, ਤੇ ਉਹਨਾਂ ਨੇ ਉਹਨਾਂ ਬੁੱਕਸ ਦੇ ਵਿੱਚੋਂ ਕੁਝ ਕੱਟਣ ਦੀ ਗੱਲ ਕਹੀ, ਉਹਦੇ ਵਿੱਚ ਕੀ ਸੀਗਾ ਜਿਹੜਾ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਵੀ ਬਿਰਦੀ ਸਾਹਿਬ ਨੇ ਸਾਡੇ ਸਮਾਜ ਦੇ ਲਈ ਕਿਹੜੀ ਗੱਲ ਲਿਖੀ ਸੀਗੀ ਜੋ ਉਸ ਸਮੇਂ ਸਿੱਖ ਕੌਮ ਨੂੰ ਜਿਹੜੀ ਮਨਜ਼ੂਰ ਨਹੀਂ ਸੀ। ਸਿੱਖ ਕੌਮ ਨਹੀਂ ਕਹਿ ਸਕਦੇ, ਸਿਰਫ ਉਹਨਾਂ ਨੂੰ ਆਪਣੇ ਮੁਫਾਦ ਲਈ ਉਹ ਮਨਜ਼ੂਰ ਨਹੀਂ ਸੀ। ਉਹ ਕਿਹੜੀ ਬੁੱਕ ਸੀ ਔਰ ਉਹਦੇ ਵਿੱਚ ਕਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਲਿਖੀਆਂ ਸੀਗੀਆਂ ਜਿਨ੍ਹਾਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਮੁਨਕਰ ਹੋ ਗਏ ਤੇ ਤੁਸੀਂ ਉਹ ਜਿਹੜਾ ਵੱਡੇ ਪੱਧਰ ਦਾ ਸਨਮਾਨ ਆ ਉਹ ਤੋਂ ਆਪ ਮੁਨਕਰ ਹੋ ਗਏ ਤੇ ਮੈਂ ਉਹ ਸਨਮਾਨ ਨਹੀਂ ਲੈਣਾ। ਉਹ ਕਿਤਾਬ ਜਿਹੜੀ ਹੈ ਜੀ ਉਹ ਕਿਤਾਬ ਦਾ ਨਾਮ ਆ ਪੰਜਾਬ ਸਮੱਸਿਆ, ਸਿੱਖ ਸੰਘਰਸ਼ ਤੇ ਦਲਿਤ ਲੋਕ ਜੀ। ਉਹ ਕਿਤਾਬ ਜਿਹੜੀ ਅਸੀਂ ਜਦੋਂ ਬਲੂ ਸਟਾਰ ਹੋਇਆ ਹੈਗਾ ਜੀ ਤਾਂ ਅਸੀਂ ਫਿਰ ਜਿਹੜਾ ਅੰਦਰ ਬਹਿ ਕੇ ਲਿਖਦੇ ਰਹੇ। ਅਸੀਂ ਉਹ ਕਿਤਾਬ ਜਿਹੜੀ ਉਹ ਕਿਤਾਬ ਹੈਗੀ ਆ, ਉਹਦਾ ਟਾਈਟਲ ਆ ਦੇ ਜੀ, ਆ ਜਿਹੜਾ ਹੈਗਾ ਜੀ ਪਹਿਲੇ ਨੰਬਰ 'ਚ ਉਹੀ ਟਾਈਟਲ ਹੈ। ਤੇ ਆ ਬਾਕੀ ਸਾਰੀਆਂ ਅਸੀਂ ਕਿਤਾਬਾਂ ਜਿਹੜੀਆਂ ਲਿਖੀਆਂ ਹੈਗੀਆਂ ਉਹਨਾਂ ਦੇ ਟਾਈਟਲ ਹੈਗੇ ਆ ਵੀ ਸਾਡੀਆਂ ਕਿਤਾਬਾਂ ਹੈਗੀਆਂ ਸਾਰੀਆਂ ਇਹ ਅਸੀਂ ਲਿਖੀਆਂ ਹੈਗੀਆਂ। ਤੇ ਉਹ ਕਿਤਾਬ ਜਦੋਂ ਅਸੀਂ ਲਿਖੀ ਤੇ ਉਸ ਵੇਲੇ ਸਰਮੌਰ ਜਿਹੜੇ ਆਗੂ ਸੀਗੇ ਸਿੱਖ ਪੰਥ ਦੇ, ਉਹ ਸੰਤ ਲੌਂਗੋਵਾਲ ਜੀ ਸੀਗੇ। ਤਾਂ ਸੰਤ ਲੌਂਗੋਵਾਲ ਜੀ ਨੇ ਕਾਲਾ ਸੰਘਿਆ ਜਿਹੜਾ ਹੈਗਾ ਜਲੰਧਰ ਤੋਂ ਅੱਗੇ, ਉੱਥੇ ਕਾਨਫਰੰਸ ਸੀਗੀ ਇੱਕ ਸਿੱਖਾਂ ਦੀ, ਤੇ ਉਹਦੇ ਵਿੱਚ ਲੱਖਾਂ ਲੋਕ ਆਏ। ਤਾਂ ਉੱਥੇ ਉਹ ਕਿਤਾਬ ਜਿਹੜੀ ਆ ਉਹਨਾਂ ਨੇ ਜਾਰੀ ਕੀਤੀ। ਤੇ ਜਦੋਂ ਜਾਰੀ ਕੀਤੀ ਤੇ ਉਹ ਕਿਤਾਬ ਦੇ ਵਿੱਚ ਅਸੀਂ ਇਹ ਲਿਖਿਆ ਸੀਗਾ ਵੀ ਜਿਹੜੀ ਅਸਲ ਸਮੱਸਿਆ ਜਿਹੜੀ ਪੰਜਾਬ ਦੀ ਹੈ ਕੀ ਆ, ਵੀ ਸਰਕਾਰ ਤੇ ਜਿਹੜੇ ਸਰਕਾਰਾਂ ਨੂੰ ਪਤਾ ਲੱਗ ਸਕੇ ਜਾਂ ਦੂਸਰੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ ਬਈ ਇਹ ਜਿਹੜਾ ਆ। ਤੇ ਉਹ ਕਿਤਾਬ ਦੀ ਬੜੀ ਜਿਹੜੀ ਚਰਚਾ ਹੋਈ। ਦਿੱਲੀ ਦੇ ਇੱਕ ਪਬਲਿਸ਼ਰ ਸੀ, ਕਿਉਂਕਿ ਅਸੀਂ 2000 ਉਹ ਕਿਤਾਬ ਛਾਪੀ ਸੀ, ਜਿਹਦੇ ਵਿੱਚੋਂ ਸਾਰੀ ਦੀ ਸਾਰੀ ਕਿਤਾਬ ਉੱਥੇ ਉਹ 3-4 ਘੰਟਿਆਂ 'ਚ ਵਿਕ ਗਈ ਸੀ। ਮੁੜ ਕੇ ਉਹ ਕਿਤਾਬ ਨਹੀਂ। ਬਾਅਦ 'ਚ ਫਿਰ ਸਾਨੂੰ ਟੋੜਾ ਸਾਹਿਬ ਨਾਲ ਸਾਡੇ ਬੜੇ ਅੱਛੇ ਸੰਬੰਧ ਰਹੇ ਹੈਗੇ ਆ। ਉਹ ਚਾਹੁੰਦੇ ਸੀ ਵੀ ਇਹ ਜਿਹੜੀ ਗੱਲ ਆ ਸਾਰੇ ਲੋਕਾਂ 'ਚ ਜਾਵੇ, ਵੀ ਅਸੀਂ ਇਹਨੂੰ ਜਿਹੜਾ ਛਾਪ ਦਿੰਦੇ ਹੈਗੇ ਆ। ਤੇ ਮੈਂ ਕਿਹਾ ਠੀਕ ਹੈ ਜੀ, ਛਾਪ ਲਓ। ਤੇ ਨਾਲੇ ਕਹਿੰਦੇ ਤੁਹਾਡਾ ਸਨਮਾਨ ਕਰਨਾ ਹੈਗਾ ਬਹੁਤ ਵੱਡਾ, ਵੀ ਤੁਸੀਂ ਬਹੁਤ ਅੱਛਾ ਜਿਹੜਾ ਪੰਜਾਬ ਦਾ ਦੁੱਖ ਹੈਗਾ ਉਹਨੂੰ ਸਾਹਮਣੇ ਲਿਆਂਦਾ ਹੈਗਾ। ਤੇ ਕਹਿੰਦੇ ਵੀ ਇਹਦਾ ਜਿਹੜਾ ਲਾਸਟ ਚੈਪਟਰ ਆ ਉਹ ਤੁਸੀਂ ਕੱਢ ਦਿਓ। ਲਾਸਟ ਚੈਪਟਰ ਇਹੋ ਹੀ ਸੀਗਾ। ਤੇ ਮੈਂ ਕਿਹਾ ਬਈ ਉਹਦੇ ਵਿੱਚ ਇਹ ਮੈਂ ਸੁਝਾਅ ਦਿੱਤਾ ਸੀਗਾ ਬਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਜਿਹੜਾ ਫਰਮਾਨ ਜਾਰੀ ਹੋਣਾ ਚਾਹੀਦਾ ਹੈਗਾ ਬਈ ਕੋਈ ਵੀ ਜਿਹੜਾ ਸਿੱਖ ਆ, ਚਾਹੇ ਉਹ ਕਿਸੇ ਵੀ ਅਖੌਤੀ ਜਾਤ ਦੇ ਵਿੱਚ ਮਜ਼ਹਬ 'ਚ ਪੈਦਾ ਹੋਇਆ ਹੈਗਾ, ਪਰ ਉਹ ਜਿਹੜਾ ਸਿੱਖ ਹੀ ਆ। ਜੇ ਜਾਤ ਪਾਤ ਦੀ ਗੱਲ ਕਰਦਾ ਤਾਂ ਉਹ ਸਿੱਖ ਨਹੀਂ ਹੈਗਾ, ਤੇ ਜੇ ਸਿੱਖ ਹੈਗਾ ਤਾਂ ਉਹ ਜਾਤ ਪਾਤ ਨੂੰ ਨਹੀਂ ਮੰਨਦਾ ਹੈਗਾ। ਤੇ ਇਸ ਲਈ ਜਿਹੜਾ ਸਿੱਖ ਆ, ਹਰ ਸਿੱਖ ਨਾਲ ਦੂਜੇ ਸਿੱਖ ਨਾਲ ਉਹ ਰੋਟੀ ਬੇਟੀ ਦੀ ਜਿਹੜੀ ਸਾਂਝ ਆ ਉਹ ਬਿਨਾਂ ਜਿਹੜੇ ਭੇਦਭਾਵ ਦੇ ਕਰੇ। ਦੂਸਰਾ ਇਹ ਸੀਗਾ ਬਈ ਹਰ ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਇੱਕ ਹੋਣਾ ਚਾਹੀਦਾ ਹੈਗਾ। ਤੇ ਬਾਕੀ ਜਿਹੜੇ ਗੁਰਦੁਆਰੇ ਉੱਤੇ ਚਲੋ ਸ਼੍ਰੋਮਣੀ ਕਮੇਟੀ ਚਾਹੇ ਬਿਰਧ ਆਸ਼ਰਮ ਬਣਾਵੇ, ਚਾਹੇ ਲਾਇਬ੍ਰੇਰੀਆਂ ਬਣਾਵੇ, ਚਾਹੇ ਸਕੂਲ ਖੋਲੇ, ਕੁਝ ਵੀ ਕਰੇ, ਪਰ ਗੁਰਦੁਆਰਾ ਜਿਹੜਾ ਇੱਕ ਹੋਣਾ ਚਾਹੀਦਾ ਹੈਗਾ। ਤੇ ਤੀਸਰਾ ਇਹ ਸੀਗਾ ਵੀ ਪਿੰਡਾਂ ਦੇ ਵਿੱਚ ਅਜੇ ਵੀ ਜਿਹੜਾ ਸ਼ਮਸ਼ਾਨ ਘਾਟ ਅਲੱਗ-ਅਲੱਗ ਹੈਗੇ ਆ, ਤੇ ਇਹ ਜਿਹੜੇ ਸ਼ਮਸ਼ਾਨ ਘਾਟ ਆ ਉਹ ਵੀ ਸਾਂਝੇ ਹੋਣੇ ਚਾਹੀਦੇ ਹੈਗੇ ਆ। ਤੇ ਇੱਦਾਂ ਹੀ ਚੌਥਾ ਜਿਹੜਾ ਹੈਗਾ ਬਈ ਇਹ ਜਿਹੜੇ ਮਹਾਂਪੁਰਖ ਹੋਏ ਦਲਿਤਾਂ ਦੇ ਵਿੱਚ ਵੀ ਉਹਨਾਂ ਨੂੰ ਵੀ ਜਿਹੜਾ ਅਜਾਇਬ ਘਰ ਸਾਹਿਬ ਹੈ ਉਹਦੇ ਵਿੱਚ ਉਹਨਾਂ ਦੀ ਜਿਹੜੀ ਗੱਲ ਹੋਣੀ ਚਾਹੀਦੀ ਹੈਗੀ ਆ। ਤੇ ਇਸ ਤਰ੍ਹਾਂ ਇਹ ਪੰਜੇ ਸੀਗੀਆਂ। ਤੇ ਪਰ ਉਹ ਕਹਿੰਦੇ ਸਾਡਾ ਅਜੇ ਸਮਾਜ ਤਿਆਰ ਨਹੀਂ ਹੈਗਾ, ਵੀ ਇਸ ਕਰਕੇ ਵੀ ਇਹ ਗੱਲਾਂ ਨਹੀਂ ਹੋ ਸਕਦੀਆਂ ਹੈਗੀਆਂ, ਤੇ ਫਿਰ ਉਹ ਕਿਤਾਬ ਨਹੀਂ ਛਪੀ ਹੈਗੀ।
ਹਾਂ ਬੇਟੀ ਸਾਹਿਬ, ਆਪਾਂ ਗੱਲ ਕਰੀਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਸ਼ਬਦ ਨੂੰ ਲੈ ਕੇ ਅਕਸਰ ਜਿਹੜਾ ਆ ਇਹ, ਵੈਸੇ ਆਪਾਂ ਇੱਕ ਇਸ ਚੀਜ਼ ਨੂੰ ਕੋਈ ਇਸ਼ੂ ਨਹੀਂ ਹੈ, ਆਪਾਂ ਤਾਂ ਇੱਕ ਤੁਸੀਂ ਇੱਕ ਬੁੱਧੀਜੀਵੀ ਹੋ, ਇੱਕ ਰਾਈਟਰ ਹੋ, ਔਰ ਵੱਖ-ਵੱਖ ਜਿਹੜੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਰਿਪਰੈਜ਼ੈਂਟੇਟਿਵ ਵੀ ਰਹੇ ਹੋ, ਤੇ ਅਕਸਰ ਇਹ ਗੱਲ ਕਰਦੇ ਆ ਕਿ ਗੁਰੂ ਸ਼ਬਦ ਨੂੰ ਲੈ ਕੇ ਆਪਾਂ ਕਰਦੇ ਆ, ਪੰਜਾਬ ਦੇ ਵਿੱਚ ਦੇਖਿਆ ਜਾਂਦਾ ਕਿ ਗੁਰੂ ਕਹੋ ਜੀ ਅਸੀਂ ਕਹਿੰਦੇ ਆ, ਤੇ ਕਈ ਜਥੇਬੰਦੀਆਂ ਵਿਰੋਧ ਵੀ ਕਰਦੀਆਂ ਤੇ ਕਈ ਕਹਿੰਦੀਆਂ ਗੁਰੂ। ਤੇ ਜਿਹੜਾ ਗੱਲ ਕੀਤੀ ਸੀ ਕਿ ਯੂਪੀ ਦੇ ਵਿੱਚ ਉਹ ਸ਼੍ਰੀ ਗੁਰਦਾਸ ਮਹਾਰਾਜ ਜੀ ਨੂੰ ਸੰਤ ਹੀ ਮੰਨਦੇ ਆ, ਇਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ। ਦੇਖੋ, ਗੁਰੂ ਰਵਿਦਾਸ ਜੀ ਯੂਪੀ ਚ ਪੈਦਾ ਹੋਏ ਹੈਗੇ ਆ ਜੀ, ਤੇ ਯੂਪੀ ਦੇ ਜਿਹੜੇ ਲੋਕ ਹੈਗੇ ਆ ਉਹ ਉਹਨਾਂ ਨੂੰ ਸੰਤ ਹੀ ਮੰਨਦੇ ਜੀ। ਤੇ ਮੇਰੇ ਕੋਲ ਹੀ ਕਰੀਬ ਕਿਤਾਬ ਜਿਹੜੀ ਆ 200-250 ਪਈ ਹੈਗੀ ਗੁਰੂ ਰਵਿਦਾਸ ਜੀ ਦੇ ਵੱਖ-ਵੱਖ ਰਾਈਟਰਾਂ ਦੀ ਜਿਹੜੀ ਕਿਤਾਬ ਹੈ, ਤੇ ਉਹਦੇ ਵਿੱਚ ਸਾਰਾ ਸੰਤ ਹੀ ਹੈ ਕਿਤੇ ਵੀ ਆ। ਤੇ ਉਹ ਲੋਕ ਜਿਹੜੇ ਆ ਉਹ ਕਹਿੰਦੇ ਨਹੀਂ, ਜਿਹੜੇ ਗੁਰੂ ਆ ਉਹ ਤਾਂ ਕਸ਼ਤਰੀ ਹੋਏ ਹੈਗੇ ਆ, ਗੁਰੂ ਜਿਹੜੇ ਉਹ ਤਾਂ ਬਹੁਤ ਖਾੜਕੂ ਹੈਗੇ ਆ, ਅੱਤਵਾਦੀ ਹੈਗੇ, ਏਦਾਂ ਸ਼ਬਦ ਵਰਤਦੇ ਆ ਇਹਨਾਂ ਲਈ ਬਈ ਇਸ ਕਰਕੇ ਸਾਡਾ ਤਾਂ ਸੰਤ ਸੀਗਾ, ਤੇ ਉਹ ਨਹੀਂ ਇਹਨੂੰ ਮੰਨਦੇ ਹੈਗੇ ਇਸ ਗੱਲ ਨੂੰ। ਪਰ ਪੰਜਾਬ ਦੇ ਜਿਹੜੇ ਲੋਕ ਆ, ਕਿਉਂਕਿ ਪੰਜਾਬ ਦਾ ਜਿਹੜਾ ਕਲਚਰ ਹੈ, ਸੱਭਿਅਤਾ ਹੈਗਾ, ਤੇ ਉਹ ਜਿਹੜੀ ਹੈਗੀ ਇੱਥੇ ਦੇ ਜਿਹੜੇ ਹੈਗੇ ਲੋਕ ਪੰਜਾਬ ਦੇ ਉਹ ਚੇਤਨ ਲੋਕ ਹੈਗੇ ਆ, ਤੇ ਉਹ ਕਹਿੰਦੇ ਵੀ ਇਹ ਜਿੱਦਾਂ ਸਾਡੇ ਗੁਰੂ ਸਾਹਿਬਾਨ ਬਾਕੀ ਹੈਗੇ ਆ, ਤੇ ਜਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਗੁਰੂ ਸਾਹਿਬਾਨ ਨੇ ਇਹ ਗੱਲ ਕਰ ਦਿੱਤੀ ਹੈਗੀ ਹੈ ਬਈ ਗੁਰੂ ਮਾਨਿਓ ਗ੍ਰੰਥ ਜੀ, ਵੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈਗੀ ਹੈ ਤੇ ਉਹ ਸਾਰੇ ਗੁਰੂ ਹੀ ਹੈਗੇ। ਇੱਕ ਸਰ ਆਪਾਂ ਹੋਰ ਗੱਲ ਕਰੀਏ, ਮੌਜੂਦਾ ਗੱਲ ਕੀਤੀ ਸੀ ਭਖਵੇਂ ਮਸਲਿਆਂ ਤੇ, ਇੱਕ ਵੱਖਰਾ ਵਿਸ਼ਾ ਆ, ਪਰ ਤੁਸੀਂ ਇੱਥੇ ਇੱਕ ਲਾਇਰ ਹੋ, ਸਮਾਜਿਕ ਵੀ ਧਾਰਮਿਕ ਹੋਰ ਜਥੇਬੰਦੀਆਂ ਨੇ, ਕਿਉਂਕਿ ਤੁਸੀਂ ਲੋਕਾਂ ਦੇ ਦੁੱਖ ਦੀ ਗੱਲ ਕਰਦੇ ਹੋ, ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹੋ। ਇੱਕ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਜਿਹੜਾ ਆਰਡੀਨੈਂਸ ਪਾਸ ਕੀਤਾ ਗਿਆ ਸੈਂਟਰ, ਵੱਖ-ਵੱਖ ਪੰਜਾਬ ਤੱਕ ਹੈ, ਪੂਰੇ ਦੇਸ਼ ਵਿੱਚ ਵੱਖ-ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਹੋ ਰਿਹਾ ਹੈ। ਕਿਸਾਨ ਕਾਫੀ ਦਿਨਾਂ ਤੋਂ ਮਤਲਬ ਧਰਨਿਆਂ ਤੇ ਬੈਠੇ, ਟੋਲ ਪਲਾਜ਼ਿਆਂ ਤੇ ਬੈਠੇ, ਰਿਲਾਇੰਸ ਪੰਪਾਂ ਦੇ ਆ। ਇਹਨੂੰ ਤੁਸੀਂ ਇਸ ਅੰਦੋਲਨ ਨੂੰ ਕਿਸ ਤਰ੍ਹਾਂ ਲੈ ਰਹੇ ਹੋ ਕਿਸਾਨਾਂ ਦੇ? ਬਈ ਸਾਡੇ ਸੰਵਿਧਾਨ ਦੇ ਵਿੱਚ ਜਿਹੜਾ ਨਾ ਖੇਤੀ ਜਿਹੜੀ ਆ ਜੀ, ਉਹ ਸਟੇਟ ਦਾ ਵਿਸ਼ਾ ਹੈਗਾ ਜੀ। ਕੋਈ ਵੀ ਖੇਤੀ ਨਾਲ ਸੰਬੰਧਿਤ ਕਾਨੂੰਨ ਬਣਾਉਣੇ ਹੈਗੇ ਆ ਤਾਂ ਉਹ ਰਾਜ ਸਰਕਾਰ ਦੀ ਗੱਲ ਹੈਗੀ ਆ। ਪਰ ਕਿਉਂਕਿ ਜਿਹੜਾ ਪੰਜਾਬ ਆ ਨਾ ਜੀ, ਇਹਦੇ ਨਾਲ ਪਿੱਛੋਂ ਸਦੀਆਂ ਤੋਂ ਧੱਕਾ ਹੁੰਦਾ ਆ ਰਿਹਾ ਹੈ ਜੀ। ਵੈਸੇ ਤਾਂ ਸਾਡੇ ਗੱਲ ਹੀ ਆ ਵੀ ਪੰਜਾਬ ਦੇ ਜੰਮਦਿਆਂ ਨੂੰ ਨਿਤ ਮਹਿਮਾ ਵਾਲੀ ਗੱਲ ਜਿਹੜੀ ਹੈ ਜੀ, ਕਿਉਂਕਿ 40 ਵੱਡੇ ਹਮਲੇ ਭਾਰਤ ਦੇ ਉੱਤੇ ਹੋਏ ਹੈਗੇ ਆ। ਆਉਣ ਦਾ ਰਸਤਾ ਦਾਰਾ ਖੈਬਰ ਹੀ ਆ ਤੇ ਪੰਜਾਬ ਹੀ ਆ ਜੀ। ਤੇ ਇਸ ਕਰਕੇ ਪੰਜਾਬੀਆਂ ਨੂੰ ਬਾਰ-ਬਾਰ ਜਿਹੜਾ ਨਾ ਇਹ ਜਿਹੜੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈਗਾ। ਪਰ ਇੰਨੀਆਂ ਕੁਰਬਾਨੀਆਂ ਕੀਤੀਆਂ, ਇੰਨੀਆਂ ਲੜਾਈਆਂ ਲੜੀਆਂ, ਇੰਨਾ ਯੋਗਦਾਨ ਕੀਤਾ ਸਮਾਜ ਲਈ, ਦੇਸ਼ ਲਈ, ਗੁਰੂ ਤੇਗ ਬਹਾਦਰ ਜੀ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰਿਆਂ ਨੇ। ਤੇ ਪਰ ਉਹ ਜਿਹੜਾ ਸੈਂਟਰ ਹੈਗਾ ਸਾਡਾ ਉਹ ਇਹਨਾਂ ਦੀ ਕਦਰ ਨਹੀਂ ਕਰ ਰਿਹਾ ਹੈਗਾ। ਤੇ ਹੁਣ ਜਿਹੜੀ ਗੱਲ ਅਸੀਂ ਦੇਖ ਰਹੇ ਹੈਗੇ ਹਾਂ ਬਈ ਜਦੋਂ 1947 ਚ ਭਾਰਤ ਦਾ ਬਟਵਾਰਾ ਹੋਇਆ ਜੀ, ਬਟਵਾਰਾ ਜਦ ਹੋਇਆ ਤਾਂ ਜਿਹੜਾ ਬਾਰਡਰੀ ਬਣਨੀ ਸੀ ਭਾਰਤ ਪਾਕਿਸਤਾਨ ਦੀ, ਜਿਹੜੀ ਹੱਦ ਬਣਨੀ ਸੀ, ਰੈੱਡ ਕਲਿਫ ਇਸ ਵੇਲੇ ਲੰਡਨ ਬਾਰ ਕੌਂਸਲ, ਰੈੱਡ ਕਲਿਫ ਮਿਸਟਰ ਲਾਰਡ, ਤੇ ਉਹ ਜਿਹੜਾ ਸੀ ਪੈਮਾਨਾ ਇਹ ਤੈਅ ਹੋਇਆ ਸੀ ਵੀ ਜਿਹੜੇ ਪੰਜਾਬੀ ਬੋਲਦੇ ਇਲਾਕੇ ਹੈਗੇ ਆ ਉਹ ਪੰਜਾਬ 'ਚ ਆਉਣਗੇ, ਰਹਿਣਗੇ, ਤੇ ਇਦਾਂ ਹੀ ਬੰਗਾਲ ਵਾਲੇ ਜਿਹੜੇ ਆ ਉਹ ਬੰਗਾਲ 'ਚ ਰਹਿਣਗੇ। ਇਹ ਸਾਰੀ ਸੀਗੀ। ਪਰ ਸਾਡੇ ਕੁਝ ਜਿਹੜੇ ਆਗੂ ਸੀਗੇ ਉਹ ਕੁਝ ਅਜੇ ਨਹੀਂ ਇੰਨੇ ਫਾਰਵਰਡ ਸੀਗੇ ਤੇ ਉਹਨਾਂ ਨੇ ਇਹਨਾਂ ਵੱਲ ਕੋਈ ਬਾਹਲਾ ਧਿਆਨ ਨਹੀਂ ਦਿੱਤਾ, ਜਿਸ ਕਰਕੇ 60% ਜਿਹੜਾ ਪੰਜਾਬ ਉਧਰ ਚਲੇ ਗਿਆ ਜਦ ਕਿ ਉਹ ਪੰਜਾਬੀ ਬੋਲਦਾ ਹੈਗਾ। ਔਰ ਇਹ ਤੋਂ ਵੀ ਇੱਕ ਗੱਲ ਜਿਹੜੀ ਅੱਜ ਤੱਕ ਸਾਹਮਣੇ ਨਹੀਂ ਆਈ ਹੈਗੀ ਆ ਬਈ ਪਹਿਲਾਂ ਉਹਨੇ ਜਿਹੜਾ ਰੈੱਡ ਕਲਿਫ ਸੀਗਾ ਉਹਨੇ ਜਿਹੜੀ ਬਾਉਂਡਰੀ ਸੀਗੀ ਪਾਕਿਸਤਾਨ ਦੀ ਬਾਘਾ ਨਹੀਂ, ਉਹਨੇ ਆ ਸਤਲੁਜ ਦਰਿਆ ਬਣਾ ਦਿੱਤਾ ਸੀ। ਇਹ 27 ਤਹਿਸੀਲਾਂ ਹੈਗੀਆਂ ਸ਼ਾਹਕੋਟ ਤੋਂ ਲੈ ਕੇ ਗੁਰਦਾਸਪੁਰ ਤੱਕ ਜੀ। ਇਹਨਾਂ ਜਿਹੜੀਆਂ ਤਹਿਸੀਲਾਂ ਸੀਗੀਆਂ ਇਹ 27, ਇਹਨਾਂ ਵਿੱਚ ਜਿਹੜੀ ਮੈਜੋਰਟੀ ਦਲਿਤ ਲੋਕਾਂ ਦੀ ਸੀ। ਇਹਨਾਂ ਨੇ ਕੀ ਕੀਤਾ, ਜਿਹੜੇ ਸਾਡੇ ਆਗੂ ਸੀਗੇ ਚਾਹੇ ਉਹ ਸਿੱਖ ਆਗੂ ਵੀ ਸੀਗੇ, ਤੇ ਉਹਨਾਂ ਨੇ ਦੇਖਿਆ ਵੀ ਇਹ ਉੱਧਰ ਹੀ ਚਲੇ ਜਾਣ ਤਾਂ ਠੀਕ ਆ, ਜਾਣੀ ਉਹਨੇ ਲਾਲਚ ਲੂਚ ਦੇ ਕੇ ਕੁਝ ਬੰਦਿਆਂ ਨੂੰ ਉਧਰ ਇਹ 27 ਤਹਿਸੀਲਾਂ ਜਾਣੀ ਜਿਹੜੀ ਆਪਣੇ ਦੇਸ਼ ਦੀ ਸਰਹੱਦ ਆ ਨਾ ਉਹ ਇਹ ਬਣਾ ਦਿੱਤੀ, ਆਪਣੇ ਜਿਹੜਾ ਸਤਲੁਜ ਦਰਿਆ ਹੈ ਸਾਰੇ ਦਾ ਸਾਰੇ। ਤੇ ਉਹ ਫਿਰ ਇੱਥੇ ਦੇ ਪੰਜਾਬ ਦੇ ਜਿਹੜੇ ਉਸ ਵੇਲੇ ਦੇ ਡਾਕਟਰ ਅੰਬੇਡਕਰ ਦੇ ਸਾਥੀ ਸੀਗੇ, ਉਹ ਉਸ ਵੇਲੇ ਉਹਨਾਂ ਦੀ ਪਾਰਟੀ ਦਾ ਨਾਂ ਸ਼ਡਿਊਲਡ ਕਾਸਟ ਫੈਡਰੇਸ਼ਨ ਸੀ, ਤੇ ਉਹ ਜਿਹੜੇ ਆਗੂ ਸੀਗੇ ਤੇ ਉਹ ਜਾ ਕੇ ਡਾਕਟਰ ਅੰਬੇਡਕਰ ਨੂੰ ਦਿੱਲੀ ਮਿਲੇ
ਉਹਨਾਂ ਦੇ ਵਿੱਚ ਜਿਹੜੇ ਸੇਠ ਕਿਸ਼ਨ ਦਾਸ ਜੀ ਬੂਟਾ ਮੰਡੀ ਦੇ ਆ, ਜਿਨ੍ਹਾਂ ਦਾ ਪੋਤਰਾ ਹੁਣ ਅਵਿਨਾਸ਼ ਹੈ, ਜੀ ਉਹ ਪੰਜਾਬ 'ਚ ਲਿਆਉਣ ਵਾਲੇ ਡਾਕਟਰ ਅੰਬੇਡਕਰ ਨੂੰ ਉਹੀ ਹੈ। ਤੇ ਉਹ ਪੰਜਾਬ ਦੇ ਪ੍ਰਧਾਨ ਸੀ। ਉਹ ਲੈ ਕੇ ਉੱਥੇ ਮਿਲੇ ਤਾਂ ਉਹ ਕਹਿੰਦੇ ਵੀ ਸਾਡੇ ਨਾਲ ਤਾਂ ਬੜਾ ਧੱਕਾ ਹੋ ਰਿਹਾ ਹੈਗਾ, ਵੀ ਅਸੀਂ ਤਾਂ ਪੰਜਾਬ ਆਪਣੇ ਦੇਸ਼ 'ਚ ਰਹਿਣਾ ਹੈਗਾ, ਅਸੀਂ ਨਹੀਂ ਇੱਥੇ ਰਹਿਣਾ ਹੈਗਾ, ਪਾਕਿਸਤਾਨ 'ਚ ਅਸੀਂ ਨਹੀਂ ਜਾਣਾ ਹੈਗਾ, ਸਾਡਾ ਉਹਨਾਂ ਨਾਲ ਕਿਵੇਂ ਨਿਰਵਾਹ ਹੋ ਸਕਦਾ ਹੈਗਾ। ਤਾਂ ਉਹ ਫਿਰ ਕਹਿੰਦੇ ਬਈ ਡਾਕਟਰ ਅੰਬੇਡਕਰ ਫਿਰ ਕਲੈਪ ਨੂੰ ਮਿਲੇ, ਜਿਹੜਾ ਹੱਦਬੰਦੀ ਕਮਿਸ਼ਨ ਦਾ ਚੇਅਰਮੈਨ ਸੀ। ਜੀ ਉਹਨੂੰ ਕਿਹਾ ਵੀ ਇਹ ਤਾਂ ਜਿਹੜਾ ਧੱਕਾ ਕਰ ਰਹੇ ਹੈਗੇ ਆ, ਇਹ ਵੀ ਇਹ ਕਿਉਂ, ਬਈ ਬਾਘਾ ਜਿਹੜਾ ਬਾਰਡਰ ਆ ਉਹੀ ਬਣਨਾ ਚਾਹੀਦਾ। ਡਾਕਟਰ ਅੰਬੇਡਕਰ ਦੀ ਜਿਹੜੀ ਕਿਤਾਬ ਹੈ ਥਾਟਸ ਔਨ ਪਾਕਿਸਤਾਨ ਔਰ ਪਾਰਟੀਸ਼ਨ ਆਫ ਇੰਡੀਆ, ਉਹ ਜਾਨੀ ਦੇਸ਼ ਨੂੰ ਵੰਡਣ ਤੋਂ ਰੋਕ ਰਿਹਾ ਸੀ। ਉਹ ਕਿਤਾਬ ਪੜ੍ਹਨ ਵਾਲੀ ਆ। ਅੱਜ ਉਹ ਅਫਗਾਨਿਸਤਾਨ 'ਚ ਵੀ ਪੜ੍ਹਾਈ ਜਾ ਰਹੀ, ਸਾਰੀ ਦੁਨੀਆ 'ਚ ਪੜ੍ਹਾਈ ਜਾ ਰਹੀ। ਉਹ ਜਿਹੜੀ ਕਿਤਾਬ ਹੈ ਉਹ ਜਿਹੜੇ ਡਾਕਟਰ ਅੰਬੇਡਕਰ ਦੇ ਵੋਲੀਅਮ ਉਹਦੇ ਵਿੱਚ ਕਿਤਾਬ ਹੈਗੀ, ਤਾਂ ਸਾਡੇ ਕੋਲ ਵੀ ਪਈ ਹੈਗੀ ਆ। ਤੇ ਉਹ ਕਿਤਾਬ ਜਿਹੜੀ ਆ ਉਹਦੇ ਵਿੱਚ ਨਕਸ਼ੇ ਲੱਗੇ ਆ। ਉਹ ਕਹਿੰਦਾ ਨਹੀਂ ਬਾਘਾ ਬਾਰਡਰ ਹੀ ਬਣੂਗਾ, ਇਹ ਤਸਾਈ ਤਹਿਸੀਲਾਂ ਭਾਰਤ 'ਚ ਹੀ ਰਹਿਣਗੀਆਂ। ਤੇ ਇਹ ਡਾਕਟਰ ਅੰਬੇਡਕਰ ਦੇ ਜਿਹੜੇ ਯਤਨਾਂ ਸਦਕੇ ਅੱਜ ਜਿਹੜੇ ਆ ਵਿਚਾਲਾ ਦੁਆਬਾ ਹੈ ਨਾ ਜਿਹੜਾ ਸਾਰਾ ਇਹ ਡਾਕਟਰ ਅੰਬੇਡਕਰ ਕਰਕੇ ਭਾਰਤ 'ਚ ਆ। ਨਹੀਂ ਤਾਂ ਜਿਹੜੇ ਕੁਝ ਸਾਡੇ ਆਗੂ ਸੀ ਉਹਨਾਂ ਨੇ ਲਾਲਚ ਲੈ ਕੇ ਸਵਾਰਥਾਂ ਦੇ ਵਿੱਚ ਆ ਕੇ ਪਾਕਿਸਤਾਨ 'ਚ ਪਾ ਦਿੱਤਾ ਸੀ। ਬਿਰਦੀ ਸਾਹਿਬ, ਅਸੀਂ ਤੁਹਾਡੇ ਨਾਲ ਵਿਚਾਰਾਂ ਕੀਤੀਆਂ। ਹੁਣ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਜਿਹੜਾ ਆਪਣੇ ਪਰਿਵਾਰ ਬਾਰੇ, ਇਸ ਵੇਲੇ ਜਿਹੜੇ ਬੱਚਿਆਂ ਬਾਰੇ ਵੀ ਜ਼ਰੂਰ ਦੱਸੋ। ਬੱਚੇ ਸਾਡੇ 2 ਲੜਕੇ ਹੈਗੇ ਆ। ਵੱਡੇ ਦਾ ਨਾਮ ਮਾਨਵ ਆ ਤੇ ਛੋਟੇ ਦਾ ਨਾਮ ਇਨਸਾਨ ਆ। ਉਹਨਾਂ ਦੇ ਨਾਲ ਕੋਈ ਜਾਤ ਗੋਤ ਜਾਂ ਇਦਾਂ ਦੀ ਕੋਈ ਗੱਲ ਨਹੀਂ ਲੱਗਦੀ ਹੈ ਜੀ। ਅਸੀਂ ਜਾਣ ਕੇ ਨਾਂ ਰੱਖੇ ਹੈਗੇ ਆ ਵੀ ਤਾਂ ਜੋ ਜਿਹੜੇ ਦੇਸ਼ ਦੇ ਵਿੱਚ ਫਿਰਕੂ ਲੋਕ ਆ, ਕੋਈ ਜਾਤੀਵਾਦੀ ਹੈਗਾ, ਕੋਈ ਮਜ਼ਹਬਵਾਦੀ ਹੈਗਾ, ਵੀ ਇਹ ਜਾ ਕੇ ਉਹਨਾਂ ਦੇ ਮੱਥੇ 'ਚ ਲੱਗਣ। ਔਰ ਇਦਾਂ ਦੀਆਂ ਘਟਨਾਵਾਂ ਹੁਣ ਇੰਨਾ ਸਮਾਂ ਨਹੀਂ ਹੈਗਾ, ਨਹੀਂ ਤਾਂ ਉਹਨਾਂ ਬੱਚਿਆਂ ਦੇ ਬਾਰੇ 'ਚ ਵੀ ਘਟਨਾਵਾਂ ਜਿਹੜੀਆਂ ਦੱਸੀਏ। ਜਦੋਂ ਅਸੀਂ ਇਹਨਾਂ ਦੇ ਟੀਕੇ ਟੂਕੇ ਲਗਾਉਣ ਜਾਂਦੇ ਤੇ ਉਹ ਜਦੋਂ ਡਾਕਟਰ ਕਹਿੰਦਾ ਕੀ ਨਾਂ ਆ, ਤੇ ਉਹ ਕਹਿੰਦਾ ਜੀ ਮਾਨਵ ਲਿਖਾਇਆ, ਤੇ ਉਹਦੀ ਕਲਮ ਰੁਕ ਗਈ। ਕਹਿੰਦਾ ਵੀ ਬਾਕੀ ਕੌਣ ਹੈਗੇ ਆ? ਅਸੀਂ ਕਿਹਾ ਤੁਸੀਂ ਬਾਹਰ ਬੋਰਡ ਲਾਇਆ ਡਾਕਟਰ ਗੁਪਤਾ, ਡਾਕਟਰ ਵਰਮਾ, ਡਾਕਟਰ ਸ਼ਰਮਾ। ਤੇ ਇਸ ਤਰ੍ਹਾਂ ਜਾਣੀ ਫਿਰ ਉਹ ਬੱਚੇ ਜਿਹੜੇ ਆ ਉਹ ਵੀ ਜਿੱਦਾਂ ਅਸੀਂ ਆਪ ਸੈਲਫ ਮੇਡ ਹੈਗੇ ਨਾ, ਆਪ ਪੜ੍ਹੇ ਹੈਗੇ ਆ, ਇੱਦਾਂ ਹੀ ਜਿਹੜੇ ਸਾਡੇ ਬੱਚੇ ਵੀ ਆ ਉਹ ਆਪ ਮਿਹਨਤ ਕਰਕੇ ਪੜ੍ਹੇ ਹੈਗੇ ਆ। ਉਹਨਾਂ ਨੇ, ਮੈਂ ਜਲੰਧਰ ਕਿਤਾਬਾਂ ਛਪਦੀਆਂ ਉੱਥੇ, ਤਾਂ ਮੈਂ ਜਾਣਾ, ਉਹਨੇ ਕਦੀ ਮੈਨੂੰ ਖਰਾਬ ਕਰਨਾ, ਕੰਮ ਹੋਰ ਫੜ ਲੈਣਾ, ਬਹਾਨੇ ਮੇਰੀ ਵਕਾਲਤ ਵੀ ਖਰਾਬ ਹੋਣੀ, ਮੇਰਾ ਆਉਣ ਜਾਣ ਵੀ ਪਰੇਸ਼ਾਨ ਹੋਣਾ। ਉੱਥੇ ਇੱਕ ਬੰਦਾ ਸੀ, ਉਹਨੇ ਕਿਹਾ ਵੀ ਬੇਟੀ ਵੀ ਤੂੰ, ਤੇਰੇ ਬੱਚੇ ਕਿੱਥੇ ਪੜ੍ਹਦੇ? ਮੈਂ ਕਿਹਾ 6ਵੀਂ 7ਵੀਂ, ਇੱਕ 8ਵੀਂ 'ਚ 6ਵੀਂ 'ਚ। ਤੇ ਕਹਿੰਦਾ ਤੂੰ ਉਹਨਾਂ ਨੂੰ ਕੰਪਿਊਟਰ ਲੈ ਦੇ। ਉਦੋਂ ਆਇਆ ਹੀ ਸੀ ਅਜੇ, ਤੇ ਮੈਂ ਉਹਨਾਂ ਨੂੰ ਕੰਪਿਊਟਰ ਉਸ ਵੇਲੇ ਜਿਹੜਾ ਹੁਣ 15,000 'ਚ ਆ ਜਾਂਦਾ, ਉਸ ਵੇਲੇ ਉਹ ਕੰਪਿਊਟਰ 1,06,000 ਦਾ ਆਇਆ। ਮੈਂ ਉਹਨੂੰ ਲੈ ਦਿੱਤਾ, ਇੱਥੇ ਲਾਤਾ ਆਹ ਕੰਪਿਊਟਰ ਲਾ ਕੇ। ਤਾਂ ਮੈਂ ਉਹਨਾਂ ਨੂੰ ਕਿਹਾ ਦੇਖੋ ਮੇਰੇ ਤੋਂ 100 ਰੁਪਏ ਪੇਜ ਲੈਂਦੇ ਆ, ਮੈਂ ਤੁਹਾਨੂੰ, ਤੁਸੀਂ ਇੱਕ ਘੰਟਾ ਕੱਢ ਕੇ ਸ਼ਾਮ ਨੂੰ ਦੋਹਾਂ ਨੇ 2 ਘੰਟੇ ਟਾਈਪ ਕਰਨਾ ਹੈਗਾ ਮੇਰਾ ਜੋ ਵੀ ਮੈਂ ਲਿਖਾਂ, ਤੇ ਤੁਹਾਨੂੰ 50 ਰੁਪਏ ਪੇਜ ਦੇ ਮੈਂ ਦਿਆ ਕਰੂੰਗਾ। ਤੇ ਉਹ ਬੱਚਿਆਂ ਨੂੰ ਸਿੱਖਣ ਦਾ ਵੀ ਸ਼ੌਂਕ ਸੀ, ਤੇ ਉਹਨੇ 40,000 ਸਾਰੀਆਂ ਕਿਤਾਬਾਂ ਜਿਹੜੀਆਂ ਕੰਪਿਊਟਰ 'ਚ ਫੀਡ ਆ ਨਾ ਲਿਖੀਆਂ, ਇਹ ਬੱਚਿਆਂ ਦੀਆਂ ਮਾਨਵ ਤੇ ਇਨਸਾਨ ਦੀਆਂ ਕੀਤੀਆਂ ਆ। ਫਿਰ ਉਹਨੇ ਇਹ ਕਿਤਾਬਾਂ ਜਿਹੜੇ ਆ 40,000 ਪੇਜ, ਜਾਣੀ 40,000 ਪੇਜ, ਤੇ ਉਹ ਪੈਸਾ ਉਹਨਾਂ ਦਾ ਨਾਲੋਂ ਨਾਲ ਲੈ ਲੈਂਦੇ ਸੀ। ਉਹ ਜਦੋਂ 50 ਪੇਜ ਹੁੰਦੇ ਸੀ ਵੀ ਦਿਓ ਪੈਸੇ ਸਾਡੇ। ਤੇ ਫਿਰ ਮੈਂ ਕਿਹਾ ਵੀ ਜੇ ਤੁਸੀਂ ਏਦਾਂ ਪ੍ਰੋਗਰਾਮ ਹੁੰਦੇ, ਮੇਲੇ ਲੱਗਦੇ, ਵੀ ਜੇ ਇਹ ਕਿਤਾਬਾਂ ਤੁਸੀਂ ਵੇਚੋ ਲਾ ਕੇ, ਤੇ ਉਹ ਫਿਰ ਮੈਂ ਕਿਹਾ ਚੌਥਾ ਹਿੱਸਾ ਤੁਹਾਨੂੰ ਜਿੰਨੇ ਦੀਆਂ ਵੇਚ ਲਓ, ਜੇ ਤੁਸੀਂ 10,000 ਦੀਆਂ ਵੇਚੀਆਂ 2,500 ਤੁਹਾਡਾ। ਤੇ ਉਹਨੇ ਸਟਾਲਾਂ ਦੇ ਉੱਤੇ ਜਿੱਥੇ ਵੀ ਮੇਲੇ ਮਸਾਵੇ ਹੁਣੇ ਇਹ ਕਿਤਾਬਾਂ ਲਾਉਣੀਆਂ, ਲਾ ਕੇ ਵੇਚੀਆਂ। ਔਰ ਉਹ ਦੋਨੋਂ ਹੀ ਮਾਨਵ ਇਨਸਾਨ ਜਿਹੜੇ ਆ ਆਪਣੀ ਕਮਾਈ ਨਾਲ ਆਪਣੇ ਪੈਰਾਂ 'ਤੇ ਆਪ ਪੜੇ ਹੈਗੇ ਆ। ਸਾਡੇ ਤੋਂ ਉਹਨੇ ਕੋਈ ਮਦਦ ਨਹੀਂ ਲਈ ਹੈਗੀ। ਉਹਦਾ ਇਹ ਫਾਇਦਾ ਹੋਇਆ ਉਹਨਾਂ ਨੂੰ ਫੀਡ ਕਰਨ ਦਾ ਵੀ ਹੁਣ ਇਹਦੇ 'ਚ ਦੇਖੋ ਘੱਟੋ ਘੱਟ ਵੀ ਜਿਹੜਾ ਹੁਣ ਇਹਦੇ ਵਿੱਚ ਜਿਹੜਾ ਆ 400 ਗ੍ਰੰਥਾਂ ਦਾ ਨਿਚੋੜ ਹੈ ਇਹਦੇ ਵਿੱਚ 400 ਦਾ। ਇਸੇ ਤਰ੍ਹਾਂ ਇਹਨਾਂ ਦੇ ਵਿੱਚ ਹੈਗਾ, ਇਹ ਸਾਰੀਆਂ ਕਿਤਾਬਾਂ ਦੇ ਵਿੱਚ, ਜਾਣੀ ਇਹ ਘੱਟੋ ਘੱਟ ਵੀ ਜਿਹੜੀ ਸਾਡੀ ਲਾਇਬ੍ਰੇਰੀ ਤੇ ਤੁਸੀਂ ਦੇਖ ਹੀ ਰਹੇ ਹੈਗੇ ਆ। ਤੇ ਇਹਦੇ ਵਿੱਚ ਹੁਣ ਜੇ 3000 ਕਿਤਾਬ ਆ, ਤਾਂ ਅਸੀਂ ਇਹਦਾ ਕੱਢ ਕੇ ਲਿਆਂਦਾ ਤੇ ਉਹ ਬੱਚਿਆਂ ਨੂੰ ਉਹਦਾ ਗਿਆਨ ਹੋ ਗਿਆ, ਜਿਹਦੇ ਨਾਲ ਉਹ ਪੜ੍ਹਦੇ ਹੀ ਜੱਜ ਬਣ ਗਏ। ਤੇ ਉਹਨਾਂ ਦੇ ਹੁਣ ਜਿਹੜੀਆਂ ਜੀਵਨ ਸਾਥਣਾਂ ਹੈਗੀਆਂ, ਤੇ ਉਹ ਜਿਹੜੇ ਬੜੇ ਮਾਨਵ ਆ ਉਹਦੀ ਜੀਵਨ ਸਾਥਣ ਡੇਜੀ ਹੈ, ਤੇ ਉਹ ਵੀ ਜਿਹੜੀ ਜੱਜ ਹੈਗੀ ਹੈ। ਤੇ ਜਿਹੜਾ ਛੋਟਾ ਇਨਸਾਨ ਹੈ, ਤੇ ਉਹ ਸਾਡੇ ਆਪਣੇ ਰੋਪੜ ਬਹੁਤ ਵੱਡਾ ਕਾਲਜ ਗੌਰਮੈਂਟ ਦਾ 1945 ਤੋਂ ਬਣਿਆ। ਉੱਥੇ ਪ੍ਰਿੰਸੀਪਲ ਸੰਤ ਸੁਰਿੰਦਰਪਾਲ ਸਿੰਘ ਜੀ ਜਿਹੜੇ ਆ, ਉਹ ਅੰਮ੍ਰਿਤਧਾਰੀ ਫੈਮਿਲੀ ਹੈਗੀ ਆ। ਉਹਨਾਂ ਦੇ ਲੜਕੀ ਦੇ ਬਾਬਾ ਜੀ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਰਿਟਾਇਰਡ
ਸਾਰੇ ਅੰਮ੍ਰਿਤਧਾਰੀ ਸਿੰਘ ਹੈਗੇ ਆ, ਤੇ ਉਹ ਉਹਨਾਂ ਦੀ ਲੜਕੀ ਸੁਖਪ੍ਰੀਤ ਕੌਰ ਉਹਦਾ ਨਾਂ ਆ, ਤੇ ਉਹ ਇਨਸਾਨ ਦੀ ਜੀਵਨ ਸੱਤਾ। ਬਿਰਦੀ ਸਾਹਿਬ, ਤੁਹਾਡੇ ਦੋਨੋਂ ਬੇਟੇ ਜੱਜ ਨੇ ਤੇ ਦੋਨੋਂ ਬਹੂਆਂ ਜੱਜ ਨੇ, ਹਾਂਜੀ ਤੇ ਮੈਡਮ ਜਿਹੜੇ ਲੈਕਚਰਾਰ ਨੇ। ਹਾਂਜੀ। ਤੁਸੀਂ ਬਿਰਦੀ ਸਾਹਿਬ, ਜਿਹੜਾ ਸਾਡੇ ਦਰਸ਼ਕਾਂ ਨੂੰ, ਕਿਉਂਕਿ ਇਸ ਗੁਫ਼ਤਗੂ ਦੇ ਲੰਬੇ ਹੋਣ ਦਾ ਕਾਰਨ ਹੀ ਇਹ ਸੀਗਾ, ਸਾਡੀ ਇਹ ਪ੍ਰਪੋਜ਼ਲ ਸੀ ਕਿ ਤੁਸੀਂ ਬਿਰਦੀ ਸਾਹਿਬ ਨੂੰ ਮਿਲਣਾ ਹੈ, ਤੇ ਇਹਦੇ ਵਿੱਚ ਸਾਨੂੰ ਉਹਦੇ ਨਾਲ ਕੋਈ ਕਾਰਨ ਨਹੀਂ ਹੈ, ਕੋਈ ਇਦਾਂ ਦੀ ਕੰਡੀਸ਼ਨ ਨਹੀਂ ਹੈ ਵੀ ਕੀ ਆ, ਤੇ ਜਿਹੜਾ ਕੋਈ ਅਸੀਂ ਕਿਸੇ ਕਾਰਨ ਮੈਂ ਜਿਹੜਾ ਤੁਹਾਡੇ ਲਾਈਫ ਦੇ ਵਿੱਚ ਜਾਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਸਵਾਲਾਤ ਜਾਂ ਕੋਈ ਇਹੋ ਜਿਹੀ ਗੱਲ ਕਰਨੀ ਭੁੱਲ ਗਿਆ, ਤੇ ਜੇ ਤੁਸੀਂ ਦਰਸ਼ਕਾਂ ਨੂੰ ਕੋਈ ਹੋਰ ਮੈਸੇਜ ਜਿਹੜਾ ਦੇਣਾ ਹੈ, ਉਹਦੇ ਨਾਲ ਨਾਲ ਜਿਹੜੀ ਕੋਈ ਗੱਲ ਕੋਈ ਵਿਸਰ ਗਿਆ, ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਜਨਾਲਾ ਜੀ, ਬਈ ਦੇਖੋ, ਗੁਰੂ ਰਵਿਦਾਸ ਜੀ ਨੇ ਮੱਧ ਕਾਲ ਦੇ ਵਿੱਚ ਬੇਗਮਪੁਰੇ ਦੀ ਗੱਲ ਕੀਤੀ ਹੈ ਜੀ। ਬੇਗਮਪੁਰਾ ਵੈਲਫੇਅਰ ਸਟੇਟ ਆ, ਤੇ ਵੈਲਫੇਅਰ ਸਟੇਟ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਾਰਾ ਉਹਨਾਂ ਦਾ ਵਿਚਾਰ ਜਿਹੜਾ ਸ਼ਬਦ ਆ ਉਹ ਦਰਜ ਹੈਗਾ ਆ। ਤੇ ਵੈਲਫੇਅਰ ਸਟੇਟ ਦੇ ਵਿੱਚ ਇਹ ਹੁੰਦਾ ਵੀ ਜਿਹੜਾ ਇੱਕ ਇਨਸਾਨ ਹੈ ਉਹਦੀਆਂ 6 ਮੁੱਖ ਲੋੜਾਂ ਹੈਗੀਆਂ: ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ, ਜੌਬ। ਇਹ ਸਾਰੀਆਂ ਹੀ ਉਹਦੇ ਵਿੱਚ ਹੈ ਵੀ ਇਹ ਸਟੇਟ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ, ਰਾਜ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ। ਤੇ ਉਹ ਗੁਰੂ ਰਵਿਦਾਸ ਜੀ ਦੀ ਇੰਨੀ ਵਧੀਆ ਘਾਲਣਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਅਕਾਲੀ ਸਰਕਾਰਾਂ ਆਈਆਂ, ਉਹਨਾਂ ਨੇ ਕੋਈ ਉਹਨਾਂ ਤੇ ਪਹਿਰਾ ਹੀ ਨਹੀਂ ਦਿੱਤਾ, ਉਹਨਾਂ ਦੀ ਗੱਲ ਨੂੰ ਅੱਗੇ ਨਹੀਂ ਵਧਾਇਆ ਹੈਗਾ। ਤੇ ਹੁਣ ਸਾਡੇ ਜਿਹੜਾ ਦੇਸ਼ ਆ ਉੱਥੇ 150 ਦੇ ਕਰੀਬ 에ਅਰਪੋਰਟ ਬਣੇ ਹੈਗੇ ਆ, ਤੇ ਉਹ ਹੁਣ ਇੱਥੇ ਇੱਕ ਜਿਹੜਾ ਆਦਮਪੁਰ 에ਅਰਪੋਰਟ ਬਣਾਇਆ ਗਿਆ ਹੈਗਾ, ਤੇ ਅਸੀਂ ਉਹਦੇ ਬਾਰੇ ਚ PMO ਆਫਿਸ ਨਾਲ ਅਸੀਂ ਲੱਗੇ ਹੋਏ ਹੈਗੇ ਆ। ਅਸੀਂ ਮੈਮੋਰੈਂਡਮ ਦਿੱਤੇ, ਹੋਰ ਸਾਰੀ ਜੋ ਉਹਨਾਂ ਨੂੰ ਮਟੀਰੀਅਲ ਚਾਹੀਦਾ ਹੈਗਾ ਅਸੀਂ ਦੇ ਰਹੇ ਹੈਗੇ ਪ੍ਰਧਾਨ ਮੰਤਰੀ ਆਫਿਸ ਨੂੰ, ਤੇ ਉਹ ਸਾਰੇ ਉਹਦੇ ਸਬੂਤ ਵੀ ਸਾਡੇ ਕੋਲ ਪਏ ਹੈਗੇ, ਦੇ ਦਿੰਦੇ ਹੈਗੇ, ਤੁਹਾਨੂੰ ਦਿਖਾ ਦਿੰਦੇ ਹੈਗੇ ਆ। ਹੁਣ ਅਸੀਂ ਇਹ ਜਿਹੜਾ ਹੈਗਾ ਇਸ ਦੇ ਲਈ ਸੰਘਰਸ਼ ਕਰ ਰਹੇ ਹੈਗੇ ਆ ਵੀ ਜਿਹੜਾ ਆਦਮਪੁਰ 에ਅਰਪੋਰਟ ਆ ਉਹ ਜਿਹੜਾ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਉਹਦਾ ਹੋਣਾ ਚਾਹੀਦਾ ਹੈਗਾ ਆ। ਤੇ ਬਾਕੀ ਲੋਕਾਂ ਨੂੰ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਐਸੀ ਕੋਈ ਗੱਲ ਨਹੀਂ ਹੈਗੀ ਬਈ ਉੱਪਰ ਕਿਸੇ ਨੇ ਲਿਖ ਦਿੱਤੀ ਹੈਗੀ ਆ ਉਹੋ ਹੀ ਭੋਗਣੀ ਹੈਗੀ। ਇਹ ਬਿਲਕੁਲ ਸਿਧਾਂਤ ਜਿਹੜਾ ਗਲਤ ਹੈਗਾ ਆ। ਜਿਹੜਾ ਮਨੁੱਖ ਆ ਉਹ ਆਪਣੀ ਕਿਸਮਤ ਦਾ ਆਪ ਜ਼ਿੰਮੇਵਾਰ ਹੈਗਾ। ਅਸੀਂ ਆਪ ਸੰਘਰਸ਼ ਕਰਕੇ ਸਾਰਾ ਕੁਝ ਇੱਥੇ ਤੱਕ ਆਏ ਹੈਗੇ ਆ, ਤੇ ਹੁਣ ਬੱਚੇ ਵੀ ਸੰਘਰਸ਼ ਕਰਕੇ ਹੀ ਅੱਗੇ ਆਏ ਹੈਗੇ ਆ। ਤੇ ਇਸ ਲਈ ਲੋਕ ਜਿਹੜੇ ਆ ਉਹ ਪਹਿਲਾਂ ਤਾਂ ਪੜ੍ਹਨ, ਕਿਉਂਕਿ ਮਾਧੋ ਉਹ ਵਿਦਿਆ ਹੈ ਤਕੀਨ। ਗੁਰੂ ਦਾਸ ਜੀ ਕਹਿੰਦੇ ਆ ਬਈ ਜਿਹੜਾ ਅਗਿਆਨੀ ਮਨੁੱਖ ਆ ਉਹਦੀ ਕੋਈ ਕਦਰ ਨਹੀਂ ਹੈਗੀ, ਕੋਈ ਉਹਦਾ ਸਨਮਾਨ ਨਹੀਂ ਕਰਦਾ ਹੈਗਾ, ਕੋਈ ਉਹ ਅੱਗੇ ਨਹੀਂ ਜਾ ਸਕਦਾ ਹੈਗਾ। ਤੇ ਇਸ ਲਈ ਵੱਧ ਤੋਂ ਵੱਧ ਜਿਹੜਾ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈਗਾ। ਡਾਕਟਰ ਅੰਬੇਡਕਰ ਨੇ ਵੀ ਇਹੋ ਕਿਹਾ, ਮਹਾਤਮਾ ਫੂਲੇ ਜੀ ਨੇ ਵੀ ਇਹੋ ਕਿਹਾ ਹੈਗਾ, ਸਾਰੇ ਗੁਰੂ ਨਾਨਕ ਦੇਵ ਜੀ ਨੇ ਵੀ ਇਹੋ ਕਿਹਾ ਹੈਗਾ। ਸਾਰੇ ਮਹਾਂਪੁਰਖ ਜਿਹੜੇ ਆ ਉਹ ਕਹਿੰਦੇ ਵੀ ਅਗਿਆਨਤਾ ਕਰਕੇ ਜਿਹੜਾ ਮਨੁੱਖ ਦੁਖੀ ਆ, ਤੇ ਇਹ ਜਿਹੜਾ ਦੁੱਖ ਆ ਉਹ ਗਿਆਨ ਨਾਲ ਹੀ ਦੂਰ ਹੋਣਾ ਹੈਗਾ। ਤੇ ਇਸ ਕਰਕੇ ਜਿਹੜੇ ਅਸੀਂ ਤਾਂ ਸਾਰੇ ਹੀ ਸਮਾਜ ਨੂੰ ਇਹ ਬੇਨਤੀ ਕਰਾਂਗੇ ਵੀ ਤੁਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਗਿਆਨ ਦਿਵਾਓ, ਤਾਂ ਜੋ ਕਿ ਉਹ ਵੀ ਆਪਣੇ ਅੱਛੇ ਜਿਹੜੇ ਜੀਵਨ ਬਣਾ ਸਕਣ। ਔਰ ਅੱਛੇ ਜਿਹੜੇ ਪ੍ਰਸ਼ਾਸਨਿਕ ਪੋਸਟਾਂ ਜਿਹੜੀਆਂ, ਦੇਖੋ ਜਿਹੜੀ ਜੱਜ ਦੀ ਪੋਸਟ ਹੈ ਅੱਜ ਆਪਣੇ ਦੇਸ਼ ਦੇ ਉੱਪਰ ਸਭ ਤੋਂ ਉੱਪਰ ਆ। ਸ਼੍ਰੀਮਤੀ ਇੰਦਰਾ ਗਾਂਧੀ ਨੇ ਜਦੋਂ ਗੈਰ ਸੰਵਿਧਾਨਕ ਗੱਲ ਕੀਤੀ ਉਹਨੂੰ ਕੈਦ ਕਰਤਾ ਜੱਜਾਂ ਨੇ। ਕਿੰਨੇ ਮੁੱਖ ਮੰਤਰੀ ਅੱਜ ਅੰਦਰ ਹੈਗੇ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈਗੀ ਆ। ਇਸ ਲਈ ਜਦੋਂ ਇੱਥੇ ਤੱਕ ਸਾਰੇ ਲੋਕ ਅੱਗੇ ਪਹੁੰਚਣਗੇ ਤਾਂ ਫਿਰ ਨਿਆਂ ਹੋ ਸਕਦਾ ਹੈਗਾ। ਬਹੁਤ ਬਹੁਤ ਧੰਨਵਾਦ SL ਬਿਰਦੀ ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ। ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਜਿਹੜੇ ਤੁਸੀਂ ਸਾਡੇ ਨਾਲ ਬੜਮੁੱਲੇ ਵਿਚਾਰ ਦਿੱਤੇ, ਗੱਲਾਂ ਕੀਤੀਆਂ, ਆਪਾਂ ਉਹ ਲੋਕਾਂ ਤੱਕ, ਆਵਾਮ ਤੱਕ ਪਹੁੰਚਾਈਏ। ਦੋਸਤੋ, ਇਹ ਸਨ SL ਬਿਰਦੀ, ਸੰਤੋਖ ਲਾਲ ਬਿਰਦੀ, ਸੀਨੀਅਰ ਐਡਵੋਕੇਟ, ਜਿਨ੍ਹਾਂ ਨੇ ਆਪਣੇ ਲਾਈਫ ਦੇ ਵਿੱਚ ਜਨਮ ਤੋਂ ਲੈ ਕੇ ਕਿਸ ਤਰ੍ਹਾਂ ਉਹਨਾਂ ਦਾ ਜਨਮ ਹੋਇਆ, ਕਿਸ ਤਰ੍ਹਾਂ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਵੀ ਗੁੜ ਲੈ ਕੇ ਆਈ ਵੰਡੀ, ਫਿਰ ਪਤਾਸੇ ਵੰਡੇ, ਉਸ ਸਮੇਂ ਕਿੰਨਾ ਰੇਜ ਗੁੜ ਤੋਂ ਪਤਾਸੇ ਤੱਕ ਪਹੁੰਚੇ, ਤੇ ਮੁੜ ਕੇ ਆਪ ਮਿਹਨਤ ਕੀਤੀ, ਮਿਹਨਤ ਕਰਨ ਤੋਂ ਬਾਅਦ ਕਿਤਾਬਾਂ ਲਿਖੀਆਂ, ਕਿਤਾਬਾਂ ਸੰਘਰਸ਼ ਕੀਤੇ, ਵੱਖ-ਵੱਖ ਸੰਸਥਾਵਾਂ ਦੇ ਵਿੱਚ ਜੁੜ ਕੇ ਉਹਨਾਂ ਦੇ ਨਾਲ ਸੰਘਰਸ਼ ਕੀਤਾ, ਲੋਕਾਂ ਲਈ, ਦੀਨ ਦੁਖੀਆਂ ਲਈ ਆਵਾਜ਼ ਬੁਲੰਦ ਕੀਤੀ, ਤੇ ਕਾਫੀ ਹੱਦ ਤੱਕ ਉਸ ਦੇ ਵਿੱਚ ਸਕਸੈਸ ਵੀ ਰਹੇ। ਤੇ ਨਾਲ ਦੀ ਨਾਲ ਉਹਨਾਂ ਨੇ ਬੁੱਕਸ ਕਿਸ ਤਰ੍ਹਾਂ ਲਿਖੀਆਂ, ਬੁੱਕਸ ਤੋਂ ਕਿਵੇਂ ਉਹਨਾਂ ਨੇ ਪ੍ਰਿੰਟਿੰਗ ਪ੍ਰੈਸ ਤੋਂ ਪਰੇਸ਼ਾਨ ਹੋ ਕੇ ਆਪਣੇ ਬੱਚਿਆਂ ਨੂੰ ਕੰਪਿਊਟਰ ਪਰਚੇਜ਼ ਕਰਕੇ ਦਿੱਤਾ, ਬੱਚਿਆਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਇੱਕ ਚੇਟਕ ਲਾਈ ਵੀ ਕਿਸ ਤਰ੍ਹਾਂ ਪੜ੍ਹਨ। ਇਸ ਵੇਲੇ ਉਹਨਾਂ ਦੇ ਦੋਨੋਂ ਬੇਟੇ ਮਾਨਵ ਤੇ ਇਸ਼ਾਨ ਜੱਜ ਨੇ, ਤੇ ਉਹਨਾਂ ਦੀ ਜਿਹੜੀਆਂ ਦੋਨੋਂ ਵਾਈਫ ਸੁਖਪ੍ਰੀਤ ਤੇ ਡੇਜ਼ੀ ਦੋਨੋਂ ਜੱਜ ਸਾਹਿਬ ਨੇ, ਆਪ ਜਿਹੜੇ ਸੀਨੀਅਰ ਐਡਵੋਕੇਟ ਨੇ, ਨਾਲ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਰਿਪਰੈਜ਼ੈਂਟੇਟਿਵ ਨੇ, ਮੈਡਮ ਹਰਵੰਸ਼ ਕੌਰ ਜਿਨ੍ਹਾਂ ਨੂੰ ਇਹਨਾਂ ਨੇ ਬੰਸੋ ਦੇਵੀ ਕਿਹਾ, ਉਹ ਲੈਕਚਰਰ ਨੇ। ਇਸ ਤਰ੍ਹਾਂ ਇਹ ਪੂਰਾ ਪਰਿਵਾਰ ਜਿਹੜਾ ਇੱਕ ਬਹੁਤ ਹੀ ਛੋਟੇ ਤੇ ਗਰੀਬ ਪਰਿਵਾਰ ਦੇ ਵਿੱਚੋਂ ਪੜ੍ਹ ਕੇ ਇੱਥੇ ਤੱਕ ਪਹੁੰਚਿਆ ਤੇ ਮਿਹਨਤ ਕੀਤੀ। ਤੇ ਅਸੀਂ ਸਮਝਦੇ ਹਾਂ ਕਿ ਸਾਡੇ ਦਰਸ਼ਕ ਇਹਨਾਂ ਦੇ ਜੀਵਨ ਤੋਂ, ਇਹਨਾਂ ਦੇ ਰਹਿਣ ਸਹਿਣ ਤੋਂ, ਇਹਨਾਂ ਦੀ ਗੱਲਬਾਤ ਤੋਂ ਸੇਧ ਲੈ ਕੇ ਆਪਣੇ ਜੀਵਨ ਦੇ ਵਿੱਚ ਕੁਝ ਸੁਧਾਰ ਕਰਨ। ਤੇ ਮੈਂ ਸਮਝਦਾ ਜਿਹੜੀ ਸਾਡੀ ਇਹ ਗੁਫ਼ਤਗੂ SL ਬਿਰਦੀ, ਸੰਤੋਖ ਲਾਲ ਬਿਰਦੀ ਜੀ ਨਾਲ ਕਾਫੀ ਜਿਹੜੀ ਸਕਸੈਸ ਹੋਊਗੀ।